ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ। ਹੋਵਤੀ ਕੁਚੀਲਤਾ किताबन कुरान की। पाप ही प्रपक जाते धर्म तसक जाते। वाहिगुरु। वर्ण गरक जाते सहत विधान की। देवी देव देहो रे संतोख सिंह दूर होते। रीत मेट जाती कथा बेदन कुरान की। श्री गुरु गोबिंद सिंह पावन परम सूर। मूरत ना होती जो पै करुणा निधान की। एक अंकार सत देह प्रसाद सच हो। वाहिगुरु जी की विघ्न विनाशन। श्री वाहिगुरु जी की फतेह है। विघ्न विनाशन सोए। उतर तुरंगम ते गए सुंदर घर माही। ईठ पलंग की परथिरे धर आयुध पाही। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत। आप संगतां ने गुरु की बाणी दे कीर्तन सरवण कीते। गुरु गोबिंद सिंह महाराज जियां दे जीवन दी कथा लड़ीवार आपां सरवण करदे हां। सतगुरु गोबिंद सिंह महाराज जी भीम चंद राजे की मदद की है। जंग दे विच उसनूं जित दवाई है। बाद विच राजे ने सतगुरां नूं पुछे तो बिना विरोधी राजे नाल सुलह कर लई, संधि कर लई। सतगुरु इस गल तो नाराज हो के ते वापस आनंदपुर साहब की धरती ते महाराज आ गए। इत्थे संगतां ने महाराज जियां दा जोरदार स्वागत किया है। जी आयां नूं आखिया। ये बचन आपां पिछे सरवण कर आए। अगे जिवें महाराज किरपा करदे आओ सरवण करिए। मिल के आखिए सतनाम श्री वाहिगुरु साहिब जी। उतर तुरंगम ते गए सुंदर घर माही। सतगुरु जी अपने घोड़े तो उतर के ते अपने महिलां दे विच अपने घर दे विच महाराज गए हन। पीठ पलंग की परथरे धर आयुध पाही। सतगुरु जी जाके घर दे विच पलंग दे उपर बैठे ਅਤੇ ਕੋਲ ਹੀ ਆਪਣੇ ਮਹਾਰਾਜ ਨੇ ਸ਼ਸਤਰ ਰੱਖ ਲਏ ਹਨ। ਨੰਦ ਚੰਦ ਪ੍ਰੋਹਤ ਦੁਤੀ ਅਰ ਤੀਨੋਂ ਭਰਾਤਾ। ਸਤਿਗੁਰਾਂ ਜੀਆਂ ਦੇ ਨਾਲ ਭਾਈ ਨੰਦ ਚੰਦ ਜੋ ਦੀਵਾਨ ਹੈ। ਦੂਜੇ ਨੇ ਭਾਈ ਦਇਆ ਰਾਮ ਪ੍ਰੋਹਤ ਅਤੇ ਇਹਨਾਂ ਤੋਂ ਇਲਾਵਾ ਮਹਾਰਾਜ ਦੇ ਤਿੰਨ ਜਿਹੜੇ ਭੂਆ ਦੇ ਪੁੱਤਰ ਬਚੇ ਨੇ। ਦੋ ਜੰਗ ਵਿੱਚ ਸ਼ਹੀਦ ਹੋ ਗਏ ਸਨ। ਇਹ ਵੀ ਤਿੰਨ ਨਾਲ ਹਨ। ਆਇਸਤੇ ਨਿਜ ਨਿਜ ਸਿਮਰ ਉਤਰੇ ਸੁਖਦਾਤਾ। ਸਤਿਗੁਰਾਂ ਦੀ ਆਗਿਆ ਪਾ ਕੇ ਇਹ ਆਪੋ ਆਪਣੇ ਟਿਕਾਣੇ 'ਤੇ ਜਿੱਥੇ ਜਿੱਥੇ ਇਹਨਾਂ ਦੇ ਕਮਰੇ ਬਣੇ ਨੇ, ਰਹਿਣ ਵਾਲੀ ਰਿਹਾਇਸ਼ ਬਣੀ ਹੈ, ਘਰ ਬਣੇ, ਆਪੋ ਆਪਣੀ ਥਾਂ 'ਤੇ ਜਾ ਕੇ ਕਿਤੇ ਹਨ। ਸਭ ਸੈਨਾ ਕੇ ਸੂਰਮੇ ਆਏ ਸੋ ਲੂਟ ਲੈ ਆਏ। ਇਸੇ ਤਰ੍ਹਾਂ ਮਹਾਰਾਜ ਦੇ ਸੂਰਮੇ ਜਿਵੇਂ ਆਪਾਂ ਪਿਛਲੇ ਦੀਵਾਨ ਵਿੱਚ ਬਚਨ ਸਰਵਣ ਕੀਤੇ ਸਨ ਕਿ ਆਲਸੂਣ ਨਾਮ ਦਾ ਪਿੰਡ ਸੀ। ਉਸ ਪਿੰਡ ਦੇ ਲੋਕ ਮਹਾਰਾਜ ਦੀ ਸੰਗਤ ਨੂੰ ਲੁੱਟ ਲੈਂਦੇ ਸਨ। ਜਦੋਂ ਮਹਾਰਾਜ ਇਸ ਪਿੰਡ ਦੇ ਕੋਲ ਦੀ ਲੰਘਣ ਲੱਗੇ ਤੇ ਸਿੱਖਾਂ ਨੇ ਯਾਦ ਕਰਵਾਇਆ, ਮਹਾਰਾਜ ਆ ਪਿੰਡ ਦੇ ਲੋਕ ਆਪਣੀ ਸੰਗਤ ਨੂੰ ਲੁੱਟਦੇ। ਜਦੋਂ ਵੀ ਸੰਗਤ ਲੰਘਦੀ ਹੈ
ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਹੁਕਮ ਦਿੱਤਾ ਵੀ ਇਹਨਾਂ ਨੂੰ ਸਜ਼ਾ ਦਿਓ ਔਰ ਸੰਗਤ ਦਾ ਲੁੱਟਿਆ ਹੋਇਆ ਸਮਾਨ ਆਪਣੇ ਕਬਜ਼ੇ ਵਿੱਚ ਕਰ ਲਵੋ। ਮਹਾਰਾਜ ਦਾ ਹੁਕਮ ਪਾ ਕੇ ਉਸ ਵੇਲੇ ਫਿਰ ਪਿੰਡ ਦੇ ਲੋਕਾਂ ਨੂੰ, ਜਿਹੜੇ ਬਦਮਾਸ਼ ਸਨ, ਲੁੱਟਣ ਵਾਲੇ ਚੋਰ ਗਰੋਹ ਸਨ, ਉਹਨਾਂ ਨੂੰ ਮਹਾਰਾਜ ਨੇ ਦੰਡ ਦਿਵਾਇਆ ਅਤੇ ਜਿਹੜਾ ਸਮਾਨ ਸੀ ਸੰਗਤ ਦਾ ਖੋਇਆ ਹੋਇਆ ਉਹ ਮਹਾਰਾਜ ਨੇ ਸੂਰਮਿਆਂ ਨੂੰ ਆਖਿਆ ਅਨੰਦਪੁਰ ਸਾਹਿਬ ਲੈ ਚੱਲੋ। ਇਸ ਤਰ੍ਹਾਂ ਉਹ ਸੂਰਮੇ ਜਿਹੜੇ ਨੇ ਸਮਾਨ ਲੈ ਕੇ ਮਹਾਰਾਜ ਕੋਲ ਪਹੁੰਚੇ ਹਨ। ਵਸਤ ਸੰਭਾਰ ਉਤਾਰ ਕਰ ਨਿਜ ਸਿਵਰ ਸੁਹਾਏ। ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਰੀਆਂ ਵਸਤੂਆਂ ਸੰਭਾਲ ਕੇ ਤੇ ਆਪੋ ਆਪਣੇ ਟਿਕਾਣੇ ਤੇ ਆ ਕੇ ਸੂਰਮੇ ਬੈਠੇ ਹਨ। ਖਾਨ ਪਾਰ ਕਰ ਜਾਮਨੀ ਹੋਏ ਸੁਪਤ ਬਿਤਾਈ। ਇਸੇ ਤਰ੍ਹਾਂ ਰਾਤ ਨੂੰ ਪ੍ਰਸ਼ਾਦੇ ਪਾਣੀ ਤਿਆਰ ਹੋਏ। ਮਹਾਰਾਜ ਦੇ ਸੂਰਮਿਆਂ ਨੇ, ਸੰਗਤਾਂ ਨੇ ਲੰਗਰ ਪ੍ਰਸਾਦੇ ਛਕੇ ਤੇ ਫਿਰ ਆਪੋ ਆਪਣੀ ਜਗ੍ਹਾ ਤੇ ਸੌਂ ਕੇ ਰਾਤ ਬਤੀਤ ਕੀਤੀ ਹੈ। ਟਿਕੇ ਸਕਲ ਸੁਖ ਪਾਏ ਕਰ ਜੋਧਾ ਸਮੁਦਾਈ। ਮਹਾਰਾਜ ਦਾ ਹੁਕਮ ਪਾ ਕੇ ਯੋਧੇ ਆਪੋ ਆਪਣੀ ਜਗ੍ਹਾ ਦੇ ਉੱਪਰ ਟਿਕੇ ਆਰਾਮ ਕਰਨ ਵਾਸਤੇ ਸੁਖਾਂ ਦੇ ਨਾਲ ਰਾਤ ਬਤੀਤ ਕੀਤੀ ਹੈ। ਭਈ ਬਰਾਤ ਜਾਗੇ ਪ੍ਰਭੂ ਕਰ ਸੌਂ ਇਸ਼ਨਾਨਾ। ਕਹਿਣ ਲੱਗੇ ਗੁਰਮੁਖੋ ਅਗਲਾ ਦਿਨ ਚੜਿਆ ਤੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠ ਕੇ ਇਸ਼ਨਾਨ ਕਰਦੇ। ਗੁਰੂ ਘਰ ਦੀ ਇਹ ਮਰਿਆਦਾ ਹੈ। ਗੁਰੂ ਕਾਲ ਸਮੇਂ ਤੋਂ ਗੁਰੂ ਸਾਹਿਬ ਜੀ ਆਪ ਅੰਮ੍ਰਿਤ ਵੇਲੇ ਉੱਠਦੇ ਸਨ। ਵਾਹਿਗੁਰੂ। ਇਸ਼ਨਾਨ ਕਰਨ ਤੋਂ ਉਪਰੰਤ ਧਿਆਨ ਵਿੱਚ ਬੈਠਦੇ। ਸਤਿਗੁਰਾਂ ਨੇ ਉਹ ਬਚਨ ਵੀ ਲਿਖਿਆ ਗੁਰਬਾਣੀ ਦੇ ਵਿੱਚ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਸੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਬਚਨ ਮਹਾਰਾਜ ਦੇ ਗੁਰਬਾਣੀ ਦੇ ਅੰਦਰ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵੀ ਉਸ ਬਚਨ ਦੇ ਉੱਪਰ ਚੱਲਦਿਆਂ ਹੋਇਆ ਅੰਮ੍ਰਿਤ ਵੇਲੇ ਉੱਠ ਕੇ ਸ਼ੌਚ ਕਿਰਿਆ ਕਰਨੀ, ਫਿਰ ਇਸ਼ਨਾਨ ਕੀਤਾ ਹੈ। ਟਿਕੇ ਸਕਲ ਸੁਖ ਪਾਏ ਕਰ ਜੋਧਾ ਸਮੁਦਾਈ। ਭਈ ਪ੍ਰਾਤ ਜਾਗੇ ਪ੍ਰਭੂ ਕਰ ਸੌਂਚ ਇਸ਼ਨਾਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲਾ ਉੱਠਿਆ, ਇਸ਼ਨਾਨ ਪਾਨ ਕੀਤਾ ਤੇ ਉਸ ਵੇਲੇ ਤਿਆਰ ਹੋਏ ਹਨ। ਚਾਰ ਘੜੀ ਦਿਨ ਚਰੇ ਤੇ ਨਿਜ ਲਾਏ ਦੀਵਾਨਾ। ਜਦੋਂ 4 ਘੜੀਆਂ ਦਿਨ ਦਾ ਚੜ੍ਹਾਅ ਹੋ ਗਿਆ ਤੇ ਪਾਤਸ਼ਾਹ ਦਾ ਦੀਵਾਨ ਸਜਿਆ। ਉਸ ਵੇਲੇ ਦੀਵਾਨ ਦੇ ਵਿੱਚ ਮਹਾਰਾਜ ਬੈਠੇ ਹਨ। ਚੌਂ ਦਿਸ਼ ਕੀ ਗਨ ਸੰਗਤਾਂ ਇਕੱਠੀ ਪੁਰ ਹੋਈ। ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਕਈ ਦਿਨਾਂ ਦੀਆਂ ਇਕੱਠੀਆਂ ਸਨ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕੀਤਾ ਵੀ ਸਤਿਗੁਰੂ ਅਨੰਦਪੁਰ ਸਾਹਿਬ ਤੋਂ ਬਾਹਰ ਨਦਾਉਣ ਚਲੇ ਗਏ ਸਨ ਭੀਮ ਚੰਦ ਰਾਜੇ ਦੀ ਮਦਦ ਕਰਨ ਵਾਸਤੇ। ਤੇ ਸਤਿਗੁਰਾਂ ਨੂੰ ਉੱਥੇ ਘੱਟੋ ਘੱਟ 15-16 ਦਿਨ ਲੰਘ ਗਏ। ਪਰ ਸੰਗਤ ਤੇ ਅਨੰਦਪੁਰ ਸਾਹਿਬ ਰੋਜ਼ ਆਉਂਦੀ ਹੈ ਨਾ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਇਹ ਸੰਗਤਾਂ ਪਹਿਲਾਂ ਹੀ ਜਮ੍ਹਾਂ ਹੋਈਆਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਸਤਿਗੁਰੂ ਆਉਣਗੇ ਤੇ ਦਰਸ਼ਨ ਕਰਕੇ ਚੱਲਾਂਗੇ। ਅੱਜ ਗੁਰਮੁਖੋ ਸਾਡੇ ਕੋਲ ਸਾਧਨ ਨੇ ਨਾ, ਅਸੀਂ ਕਈ ਮੀਲ ਦਾ ਸਫ਼ਰ ਕੁਝ ਘੰਟਿਆਂ ਵਿੱਚ ਤੈਅ ਕਰ ਲੈਂਦੇ। ਉਸ ਵੇਲੇ ਲੋਕ ਪੈਦਲ ਆਉਂਦੇ, ਗੱਡੇ ਤੇ ਆਉਂਦੇ, ਕੋਈ ਘੋੜੇ ਤੇ ਆ ਜਾਂਦਾ। ਇਹ ਸਵਾਰੀਆਂ ਸਨ ਤੇ ਆਉਂਦਿਆਂ ਕਈ ਦਿਨ ਲੱਗ ਜਾਂਦੇ। ਇੰਨੇ ਦਿਨ ਰਸਤੇ ਵਿੱਚ ਲਾ ਕੇ ਇੰਨੀ ਮੁਸ਼ੱਕਤ ਕਰਕੇ ਗੁਰੂ ਦਰ ਤੇ ਆਏ, ਅੱਗੋਂ ਗੁਰੂ ਪਾਤਸ਼ਾਹ ਦੇ ਦਰਸ਼ਨ ਨਾ ਹੋਣ ਤੇ ਸੰਗਤਾਂ ਫਿਰ ਮੁੜਦੀਆਂ ਨਹੀਂ, ਉੱਥੇ ਹੀ ਬੈਠ ਜਾਂਦੀਆਂ ਵੀ ਚਲੋ 2-4 ਦਿਨ ਹੋਰ ਰੁਕ ਜਾਂਦੇ, ਮਹਾਰਾਜ ਦੇ ਦਰਸ਼ਨ ਕਰਾਂਗੇ। ਇਹ ਸੰਗਤਾਂ ਪਹਿਲਾਂ ਹੀ ਕਈ ਦਿਨਾਂ ਦੀਆਂ ਜਮ੍ਹਾਂ ਹੋਈਆਂ, ਇਕੱਠੀਆਂ ਹੋਈਆਂ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਬੇਅੰਤ ਸੰਗਤਾਂ ਦਰਬਾਰ ਵਿੱਚ ਪਹੁੰਚੀਆਂ ਹਨ। ਕਰਿਓ ਹੁਕਮ ਅਬ ਆਏ ਕੈ ਦਰਸ਼ਨ ਸਭ ਕੋਈ। ਉਸ ਵੇਲੇ ਸਤਿਗੁਰਾਂ ਨੇ ਸਿੱਖਾਂ ਦੇ ਹੱਥ ਸੁਨੇਹਾ ਭੇਜਿਆ ਸੰਗਤਾਂ ਨੂੰ, ਭਾਈ ਦੀਵਾਨ ਸਜ ਗਿਆ, ਜਿਨੇ ਜਿਨੇ ਦਰਸ਼ਨ ਕਰਨੇ ਨੇ ਦੀਵਾਨ ਵਿੱਚ ਆ ਕੇ ਕਰਨਾ ਕਰੇ। ਗਇਓ ਮੇਵਰਾ ਸਭਨ ਪੈ ਗੁਰ ਆਏ ਸਗਾਈ। ਇਸ ਤਰ੍ਹਾਂ ਮਹਾਰਾਜ ਜੀਆਂ ਦਾ ਜਿਹੜੇ ਅਰਦਾਸੀਏ ਸਿੱਖ ਸਨ ਉਹ ਗਏ, ਸਾਰੀਆਂ ਸੰਗਤਾਂ ਨੂੰ ਜਾ ਕੇ ਦੱਸਿਆ ਵੀ ਆ ਕੇ ਦਰਸ਼ਨ ਕਰੋ। ਸੁਨ ਸ਼ਰੌਨਨ ਮੈਂ ਆਨੰਦ ਭਾ ਤੂਰਨ ਸਮੁਦਾਈ। ਜਦੋਂ ਸੰਗਤਾਂ ਨੇ ਸੁਣਿਆ ਵੀ ਮਹਾਰਾਜ ਆਏ ਨੇ, ਬੜੇ ਆਨੰਦ ਦੇ ਸਮੇਤ ਹੋਏ ਬਚਨ ਸੁਣ ਕੇ। ਨਾਨਾ ਲੀਨ ਅਕੋਰ ਕਉ ਉਤਲਾਵਤ ਆਏ। ਤੇ ਸੰਗਤਾਂ ਆਪੋ ਆਪਣੇ ਘਰ ਵਿੱਚੋਂ ਕੋਈ ਭੇਟਾ ਲੈ ਕੇ ਆਇਆ ਨਾ, ਕੋਈ ਸ਼ਸਤਰ ਲੈ ਕੇ ਆਇਆ, ਕੋਈ ਘੋੜਾ ਲੈ ਕੇ ਆਇਆ, ਕੋਈ ਖੇਸ ਲੈ ਕੇ ਆਇਆ, ਕੋਈ ਕੰਬਲ ਲੈ ਕੇ ਆਇਆ, ਕੋਈ ਜੁੱਤੀ ਲੈ ਕੇ ਆਇਆ। ਜਿਵੇਂ ਜਿਵੇਂ ਦੀ ਕੋਈ ਭੇਟ ਲੈ ਕੇ ਆਇਆ ਸੀ ਆਪੋ ਆਪਣੀ ਚੱਕ ਕੇ ਭੇਟਾ ਨੂੰ ਚੱਲ ਪਏ ਹਨ। ਮਨੋ ਤ੍ਰਿਖਾ ਤੁਰ ਤਾਲ ਕੀ ਸੁਨ ਸੁਧ ਸੁਨ ਭਾਈ ਕਰਤਾ ਏ। ਸੰਤੋਖ ਸਿੰਘ ਜੀ ਇੱਕ ਉਦਾਹਰਨ ਦਿੰਦੇ ਨੇ, ਕਹਿਣ ਲੱਗੇ ਬੰਦੇ ਨੂੰ ਪਿਆਸ ਲੱਗੀ ਹੋਵੇ ਤੇ ਪਿਆਸ ਵੀ ਡਾਢੀ ਲੱਗੀ ਹੋਵੇ ਤੇ ਪਤਾ ਲੱਗ ਜਾਵੇ ਵੀ ਨੇੜੇ ਹੀ ਠੰਡੇ ਪਾਣੀ ਦਾ ਤਲਾਬ ਹੈ, ਤੋ ਪਿਆਸੇ ਬੰਦੇ ਨੂੰ ਜਿੰਨੀ ਖੁਸ਼ੀ ਹੁੰਦੀ ਹੈ ਨਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਮਹਾਰਾਜ ਨੇ ਲਿਖਿਆ ਤ੍ਰਿਖਾਵੰਤ ਜਲ ਸੇਤੀ ਕਾਜ। ਪਿਆਸੇ ਬੰਦੇ ਦੇ ਸਾਹਮਣੇ ਇੱਕ ਪਾਸੇ ਮਾਇਆ ਦਾ ਢੇਰ ਲੱਗਾ, ਇੱਕ ਪਾਸੇ ਪਾਣੀ ਦਾ ਗਲਾਸ ਪਿਆ। ਦੋਵਾਂ ਵਿੱਚੋਂ ਕੀ ਲਵੇਂਗਾ? ਮਾਇਆ ਦਾ ਢੇਰ ਛੱਡਣਾ ਹੀ ਪੈਣਾ, ਪਾਣੀ ਦੇ ਗਲਾਸ ਨੂੰ ਹੱਥ ਪਾਉਣਾ ਹੀ ਪੈਣਾ ਕਿ ਉਹਦੇ ਬਿਨਾਂ ਹੁਣ ਜਾਨ ਜਾ ਸਕਦੀ ਹੈ। ਪਿਆਸੇ ਬੰਦੇ ਦਾ ਇੱਕੋ ਹੀ ਪ੍ਰਯੋਜਨ ਹੁੰਦਾ, ਇੱਕੋ ਹੀ ਮਤਲਬ ਹੁੰਦਾ ਵੀ ਪਾਣੀ ਦਾ ਗਲਾਸ ਮੈਨੂੰ ਪ੍ਰਾਪਤ ਹੋਵੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਬੰਦਾ ਪਿਆਸਾ ਹੋਵੇ ਤੇ ਨੇੜੇ ਹੀ ਤਲਾਬ ਹੋਵੇ ਪਾਣੀ ਦਾ, ਤੇ ਖਬਰ ਮਿਲ ਜਾਵੇ ਵੀ ਭਾਈ ਪਿਆਰਿਆ 2 ਕਦਮਾਂ ਤੇ ਤਲਾਬ ਹੈ ਪਾਣੀ ਦਾ, ਤੇ ਪੀ ਕੇ ਪਿਆਸ ਬੁਝਾ ਲਾ, ਤੇ ਫਿਰ ਬੰਦੇ ਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਰਹਿੰਦਾ। ਮੰਨ ਲਓ ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਸੰਗਤਾਂ ਨੂੰ ਸੁਨੇਹਾ ਮਿਲਿਆ ਵੀ ਆਓ ਭਾਈ ਦਰਸ਼ਨ ਕਰ ਲਵੋ, ਜਿਵੇਂ ਪਿਆਸੇ ਬੰਦੇ ਨੂੰ ਪਾਣੀ ਮਿਲੇ ਤੇ ਉਹਦੀ ਖੁਸ਼ੀ ਦਾ ਟਿਕਾਣਾ ਕੋਈ ਨਹੀਂ, ਸੰਗਤਾਂ ਨੂੰ ਪਤਾ ਲੱਗਾ ਮਹਾਰਾਜ ਆਏ ਨੇ, ਗੁਰਮੁਖੋ ਉਹਨਾਂ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹੈ। ਚਮਰ ਚਲਾ ਚਲ ਚਾਰ ਹੋਵੇ ਜਨ ਕਿਰਨ ਸਕੇਲੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੀਸ ਦੇ ਉੱਪਰ ਬੜਾ ਸੁੰਦਰ ਚੌਰ ਜਿਹੜਾ ਹੈ ਸਿੱਖ ਲੈ ਕੇ ਸੇਵਾ ਕਰਦੇ ਹਨ। ਝੂਲਤ ਕਲਗੀ ਸੀਸ ਪਰ ਦਮਕਤ ਦੁੱਤ ਮੇਲੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੀਸ ਦੇ ਉੱਪਰ ਦਸਤਾਰ ਦੇ ਉੱਪਰ ਸੋਹਣੀ ਕਲਗੀ ਲੱਗੀ ਹੋਈ ਹੈ। ਮਹਾਰਾਜ ਜਦੋਂ ਆਪਣੀ ਧੌਣ ਨੂੰ ਜਾਂ ਮੁੱਖ ਨੂੰ ਇੱਧਰ ਉੱਧਰ ਘੁਮਾਉਂਦੇ ਨੇ ਤੇ ਉਹ ਕਲਗੀ ਜਿਹੜੀ ਹੈ ਸੀਸ ਦੇ ਉੱਪਰ ਇੱਧਰ ਉੱਧਰ ਝੂਲਦੀ ਤੇ ਬੜੀ ਸੋਹਣੀ ਲੱਗਦੀ ਹੈ। ਰੰਗਦਾਰ ਦਸਤਾਰ ਕੋ ਬੰਦੇਜ ਅਨੂਠੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਰੰਗਦਾਰ ਆਈ ਦਸਤਾਰ ਬੱਧੀ ਹੈ, ਜਿਹੜੀ ਦਸਤਾਰ ਸੀਸ ਤੇ ਸਜਾਈ ਹੈ ਕੇਸਰੀ ਰੰਗ ਦੀ, ਬਹੁਤ ਸੁੰਦਰ ਹੈ। ਜਿਗਾ ਜਵਾਹਰ ਜਗਮਗੈ ਜਾਹਰ ਸ਼ਬ ਬੂਠੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਜਿਹੜੀ ਜਿਗਾ ਸਜਾਈ ਹੈ, ਕਲਗੀ ਲੱਗੀ ਹੈ, ਜਗਮਗ ਹੈ, ਉਹ ਚਮਕਦੀ ਹੈ, ਉਹਦੇ ਵਿੱਚ ਹੀਰੇ ਤੇ ਮੋਤੀ ਲੱਗੇ ਹੋਏ, ਐਸੀ ਸੋਹਣੀ ਛਬ ਹੈ, ਸ਼ੋਭਾ ਹੈ ਵੀ ਕੋਈ ਬੰਦਾ ਕਹਿ ਨਹੀਂ ਸਕਦਾ ਹੈ। ਬਦਨ ਚੰਦਰ ਅਹਿਲਾਦ ਕਰ ਮੰਡਲ ਬੱਡ ਰੂਰਾ। ਸਤਿਗੁਰੂ ਪਾਤਸ਼ਾਹ ਜੀਆਂ ਦਾ ਮੁਖ ਜਿਹੜਾ ਨਾ ਚੰਦਰਮਾ ਵਰਗਾ ਹੈ, ਤੇ ਚੰਦਰਮਾ ਵਰਗਾ ਮੁਖ ਬੜਾ ਹੀ ਸੁੰਦਰ ਮਹਾਰਾਜ ਸਾਹਿਬ ਜੀਆਂ ਦਾ ਦਿਖਾਈ ਦਿੰਦਾ ਹੈ। ਕੁੰਡਲ ਡੋਲਤ ਕਰਨ ਯੋਗ ਸ਼ੋਭਤ ਗੁਰਸੂਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੁੰਡਲ ਬੜੇ ਸ਼ੋਭਾ ਪਾਉਂਦੇ ਹਨ। ਕਮਲ ਪਾਖਰੀ ਆਂਖ ਜੁਗ ਪੈਨੀ ਜੁਗ ਕੋਰਾ। ਸਤਿਗੁਰਾਂ ਦਾ ਸਰੂਪ ਕਿਹੋ ਜਿਹਾ ਹੈ? ਕਹਿਣ ਲੱਗੇ ਵੀ ਇਹ ਸਰੂਪ ਦਾ ਵਰਣਨ ਅਸੀਂ ਕਰਦੇ ਪਏ ਹਾਂ ਵੀ ਮਹਾਰਾਜ ਦੇ ਨੇਤਰ ਜਿਹੜੇ ਨੇ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਚੌੜੇ ਨੇਤਰ ਨੇ ਦਸਵੇਂ ਪਾਤਸ਼ਾਹ ਜੀਆਂ ਦੇ। ਜੁਗ ਪੈਨੀ ਜੁਗ ਕੋਰਾ। ਮਹਾਰਾਜ ਜੀਆਂ ਦੇ ਜਿਹੜੇ ਅੱਖਾਂ ਦੇ ਕੋਨੇ ਨੇ ਕਾਲੇ ਰੰਗ ਦੇ ਬੜੇ ਸ਼ੋਭਾ ਪਾਉਂਦੇ ਹਨ। ਲਾਜ ਜਹਾਜ ਕਿਰਪਾ ਭਰੇ ਦੇਖਤ ਸਿੱਖ ਓਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਨੇਤਰ ਜਿਹੜੇ ਗੁਰਮੁਖੋ ਲੱਜਾ ਦੇ ਭਰੇ ਹੋਏ, ਅਤੇ ਜਦੋਂ ਮਹਾਰਾਜ ਸਿੱਖਾਂ ਦੇ ਵੱਲ ਵੇਖਦੇ ਨੇ, ਵੇਖ ਕੇ ਸਿੱਖਾਂ ਦੇ ਦੁਖੀ ਮਹਾਰਾਜ ਕੱਟੀ ਜਾ ਰਹੇ ਨੇ, ਐਸਾ ਅੰਮ੍ਰਿਤ ਮਹਾਰਾਜ ਦੇ ਨੇਤਰਾਂ ਦੇ ਵਿੱਚ ਹੈ, ਜਿੱਧਰ ਦੇਖਦੇ ਨੇ ਦੁੱਖਾਂ ਨੂੰ ਦੂਰ ਕਰਦੇ ਹਨ। ਸ਼ਮਸ ਸਿਆਮ ਸੁੰਦਰ ਗਿਰਦ ਲਗ ਲਗ ਸਮੁਦਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਇਸ ਵੇਲੇ ਨਿੱਕਾ ਨਿੱਕਾ ਦਾੜਾ ਜਿਹੜਾ ਹੈ ਨਾ ਉਹ ਆ ਚੁੱਕਿਆ ਹੈ, ਕਾਲਾ ਦਾੜਾ, ਛੋਟੇ ਛੋਟੇ ਕੇਸ ਮੁਖ ਮੰਡਲ ਦੇ ਉੱਪਰ ਸ਼ੋਭਾ ਪਾਉਂਦੇ ਹਨ। ਸਹਿਜ ਸੋ ਚਿਕਵਨ ਕੇਸ ਸ਼ੁਭ ਅਸ ਉਪਮਾ ਗਾਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੇਸ ਜਿਹੜੇ ਨੇ ਚਿਕਨੇ ਨੇ, ਕਾਲੇ ਰੰਗ ਦੇ ਬੜੇ ਚਮਕੀਲੇ ਕੇਸ, ਬੜੇ ਸੁੰਦਰ ਕੁੰਡਲਾਂ ਵਾਲੇ ਹਨ। ਰਤਨ ਉਡਗ ਮੁਖ ਚੰਦ ਢਿਗ ਪਸਰਿਓ ਤਮੰਜਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸੇ ਸੁੰਦਰ ਨੇ, ਕਹਿਣ ਲੱਗੇ ਜਿਵੇਂ ਚੰਦਰਮਾ ਦੇ ਪ੍ਰਕਾਸ਼ ਦੇ ਨਾਲ ਹਨੇਰਾ ਦੂਰ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਜੀਆਂ ਦਾ ਮੁਖ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਹੈ। ਦਿਪਤ ਦਸ਼ਨ ਮੁਸ਼ਕਿਆਨ ਜੁਤ ਦੁੱਤ ਚਾਰ ਵਿਸਾਲਾ। ਸਤਿਗੁਰੂ ਪਾਤਸ਼ਾਹ ਜੀਆਂ ਦੇ ਜਿਹੜੇ ਦੰਦ ਨੇ ਗੁਰਮੁਖੋ ਚਿੱਟੇ ਨੇ, ਜਦੋਂ ਮਹਾਰਾਜ ਬੋਲਦੇ ਨੇ ਜਾਂ ਕਿਸੇ ਗੱਲ ਤੋਂ ਖੁਸ਼ ਹੁੰਦੇ ਨੇ ਤੇ ਚਿੱਟੇ ਦੰਦ ਮੂੰਹ ਦੇ ਵਿੱਚ ਬੜੇ ਸੋਹਣੀ ਸ਼ੋਭਾ ਪਾਉਂਦੇ ਹਨ। ਮਨੋ ਸੁਰਨ ਕੀ ਸਭਾ ਮੈਂ ਕਮਲਾਸਨ ਵੈਸੇ। ਇੱਕ ਉਦਾਹਰਣ ਹੈ, ਕਹਿਣ ਲੱਗੇ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਬਰਮਾ ਨਾਮ ਦਾ ਬੈਠਾ ਦੇਵਤਾ ਸ਼ੋਭਾ ਪਾਉਂਦਾ ਹੈ, ਸਤਿਗੁਰੂ ਸਿੱਖਾਂ ਦੇ ਵਿੱਚ ਬੈਠੇ ਸ਼ੋਭਾ ਪਾ ਰਹੇ ਹਨ। ਸਿੱਖ ਸੰਗਤ ਕੇ ਬੀਚ ਪ੍ਰਭ ਸ਼ੋਭਤ ਦੁੱਤ ਐਸੇ। ਸਤਿਗੁਰੂ ਜੀ ਦੀ ਐਸੀ ਸ਼ੋਭਾ ਜਿਹੜੀ ਹੋ ਰਹੀ ਹੈ। ਦਰਸ਼ਨ ਕਰ ਕਰ ਬੰਦਨਾ ਗਨ ਅਰਪ ਅਕੂਰੈ। ਸਤਿਗੁਰੂ ਦੀ ਸੰਗਤਾਂ ਦਰਸ਼ਨ ਕਰਦੀਆਂ ਭੇਟਾ ਆਪੋ ਆਪਣੀ ਭੇਟ ਕਰਦੇ ਹਨ। ਬੈਠਤ ਹੈ ਚੌ ਦਿਸ਼ਾ ਮੈਂ ਦੋਨੋਂ ਕਰ ਜੋਰੈ। ਚਾਰ ਚਫੇਰੇ ਸੰਗਤਾਂ ਦੋਨੇ ਹੱਥ ਜੋੜ ਕੇ ਮਹਾਰਾਜ ਦੇ ਬੈਠੀਆਂ ਹਨ। ਜਸ ਜਸ ਧਰ ਧਰ ਭਾਵਨਾ ਸਤ
ਸਤਿਗੁਰ ਦਰਸ਼ਨ ਤੇ। ਜਿਵੇਂ ਜਿਵੇਂ ਦੀ ਕਿਸੇ ਦੀ ਭਾਵਨਾ ਹੈ ਉਵੇਂ ਦੀ ਭਾਵਨਾ ਰੱਖ ਕੇ ਮਹਾਰਾਜ ਦੇ ਦਰਸ਼ਨ ਕਰਦੇ ਹਨ। 10 ਪੁਰਬਤ ਸੰਗਤਾਂ ਅਰਦਾਸ ਕਰਨ ਤੇ। ਉਵੇਂ ਉਵੇਂ ਮਹਾਰਾਜ ਸਾਹਿਬ ਜੀ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ। ਜਿਵੇਂ ਦੀ ਕੋਈ ਭਾਵਨਾ ਲੈ ਕੇ ਦਰਸ਼ਨ ਕਰਦਾ ਹੈ ਉਵੇਂ ਦੀ ਭਾਵਨਾ ਗੁਰੂ ਦਰਬਾਰ ਦੇ ਵਿੱਚ ਉਹਨਾਂ ਦੀ ਪ੍ਰਾਪਤ ਹੁੰਦੀ ਹੈ। ਕਿਰਪਾ ਦ੍ਰਿਸ਼ਟ ਸਭ ਹੂਨ ਪਰ ਡਾਰਤ ਦਿਸ਼ ਚਾਰੇ। ਸਤਿਗੁਰੂ ਪਾਤਸ਼ਾਹ ਜੀ ਚਾਰ ਚਫੇਰੇ ਕਿਰਪਾ ਦੀ ਦ੍ਰਿਸ਼ਟੀ ਪਾਉਂਦੇ ਹਨ। ਮਨਹੁ ਸ੍ਰਿਸ਼ਟ ਕਰ ਉਤਪਤੀ ਬਿਦ ਤਿਨੋ ਨਿਹਾਰੇ। ਮੰਨ ਲਓ ਵੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ੋਭਾ ਹੋ ਰਹੀ ਹੈ ਕਿ ਜਿਵੇਂ ਬ੍ਰਹਮਾ ਜਿਹੜਾ ਹੈ ਨਾ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਬਾਅਦ ਵਿੱਚ ਜਿਵੇਂ ਦੇਖਦਾ ਹੈ, ਇਸੇ ਤਰ੍ਹਾਂ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਅਮਲੀ ਜੀਵਨ ਬਖਸ਼ਿਸ਼ ਕਰਕੇ, ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਕੇ ਤੇ ਉਹਨਾਂ ਦੇ ਵੱਲ ਤੱਕਦੇ ਪਏ ਹਨ। ਜਾਮ ਥਿਰੇ ਵਿੱਚ ਸਭਾ ਕੇ ਦਰਸ਼ਨ ਕੋ ਦੀਨਾ। ਇੱਕ ਪੈਰ 3 ਘੰਟੇ ਮਹਾਰਾਜ ਦੀਵਾਨ ਵਿੱਚ ਬੈਠੇ ਰਹੇ ਤੇ ਸੰਗਤਾਂ ਨੂੰ ਆਈਆਂ ਨੂੰ ਦਰਸ਼ਨ ਦਿੱਤੇ ਹਨ। ਕਰਨੇ ਹਾਲ ਤਬ ਸੰਗਤਾਂ ਉਠਵੇ ਮਨ ਕੀਨਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਨੂੰ ਨਿਹਾਲ ਕਰਕੇ ਤੇ ਹੁਣ ਉੱਠਣ ਦਾ ਮਨ ਬਣਾਇਆ ਵੀ ਉੱਠ ਕੇ ਜਾਣਾ ਕਰੀਏ। ਆਪਨ ਸਦਨ ਮਹਿ ਪੁਨ ਗਏ ਬੈਠੇ ਗੁਣ ਖਾਨੀ। ਗੁਣਾਂ ਦੀ ਖਾਨ ਮਹਾਰਾਜ ਫਿਰ ਆਪਣੇ ਘਰ ਦੇ ਵਿੱਚ ਚਲੇ ਗਏ ਹਨ। ਭੋਜਨ ਥਾਰ ਪਰੋਸਿਓ ਆਨਿਓ ਤਹਿ ਥਾਨੀ। ਤੇ ਮਾਤਾ ਸਾਹਿਬ ਜੀਆਂ ਨੇ ਫਿਰ ਥਾਲ ਪ੍ਰਸ਼ਾਦੇ ਦਾ ਪਰੋਸ ਕੇ, ਭੋਜਨ ਦਾ ਥਾਲ ਪਰੋਸ ਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਲਿਆਂਦਾ ਹੈ। ਅਚਿਓ ਸਵਾਦ ਮਨ ਭਾਵ ਤੇ ਸ਼ੁੱਧ ਤੇ ਤ੍ਰਿਪਤਾਏ। ਸਤਿਗੁਰੂ ਪਾਤਸ਼ਾਹ ਜੀ ਨੇ ਮਨ ਭਾਉਂਦਾ ਫਿਰ ਭੋਜਨ ਛਕਿਆ ਤੇ ਉਸ ਵੇਲੇ ਛਕ ਕੇ ਫਿਰ ਤ੍ਰਿਪਤ ਹੋਏ ਹਨ। ਧਰੇ ਦੁਪਹਿਰੇ ਸਤਿਗੁਰੂ ਲੋਚਨ ਅਲਸਾਏ। ਇਧਰੋਂ ਗੁਰਮੁਖੋ ਦੁਪਹਿਰ ਹੋ ਗਈ ਹੈ, ਸਵੇਰ ਦਾ ਭੋਜਨ ਛਕ ਲਿਆ, ਫਿਰ ਨੇਤਰਾਂ ਵਿੱਚ ਥੋੜੀ ਨੀਂਦ ਆਈ ਹੈ। ਸਤਿਗੁਰੂ ਜੀ ਆਰਾਮ ਕਰਨ ਵਾਸਤੇ ਆਪਣੇ ਪਲੰਘੇ ਤੇ ਲੰਮੇ ਪਏ ਹਨ। ਔਡੇ ਮਰਦੁਲ ਪ੍ਰਿਯੰਕ ਪਰ ਕੁਸ਼ਕੀਨ ਅਰਮ। ਕੁਝ ਸਮਾਂ ਸੌਣ ਵਾਸਤੇ ਮਹਾਰਾਜ ਜੀ ਆਪਣੇ ਪਲੰਘੇ ਤੇ ਲੰਮੇ ਪੈ ਗਏ। ਸਵਾ ਜਾਮ ਦਿਨ ਕੇ ਰਹੇ ਜਾਗੇ ਸੁਖ ਧਮ। ਸਤਿਗੁਰੂ ਪਾਤਸ਼ਾਹ ਜੀ ਜਦੋਂ ਸਵਾ ਪੈਰ ਦਿਨ ਰਹਿ ਗਿਆ, ਭਾਵ ਕਿ 3 ਵਜੇ ਦਾ ਟਾਈਮ, 3 ਵਜੇ ਦਾ, 3:15 ਵਜੇ ਦਾ ਦੁਪਹਿਰੋਂ ਬਾਅਦ ਟਾਈਮ ਹੋਇਆ ਤੇ ਸਤਿਗੁਰੂ ਜੀ ਫਿਰ ਆਪਣੇ ਪਲੰਘੇ ਤੋਂ ਉੱਠੇ ਹਨ। ਆਨੀ ਦਾਸਨ ਤਿਆਰ ਕਰ ਭਿਖ ਹੁਕਮ ਬਖਾਨਾ। ਕਹਿਣ ਲੱਗੇ ਵੀ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਸੰਗਤਾਂ ਨੇ, ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਗਰੀ ਬਦਾਮਨ ਆਦ ਗਨ ਰਗੜੀ ਸ਼ਰਦਾਈ। ਸਿੱਖਾਂ ਨੇ ਮਹਾਰਾਜ ਨੂੰ ਸ਼ਰਦਾਈ ਛਕਾਉਣ ਵਾਸਤੇ ਗਿਰੀਆਂ ਬਦਾਮ ਫਿਰ ਪਾ ਕੇ ਉਸ ਵੇਲੇ ਤੇ ਰਗੜੇ ਹਨ। ਵਿਜਿਆ ਆਦਿਕ ਜਹ ਅਦਿਕ ਤਿਸ ਬੀਚ ਕੁਟਾਈ। ਕਹਿਣ ਲੱਗੇ ਵੀ ਐਸੀ ਸੁੰਦਰ ਸ਼ਰਦਾਈ ਜਿਹੜੀ ਹੈ ਨਾ ਤਾਕਤ ਦੇਣ ਵਾਸਤੇ ਉਹ ਸਿੱਖਾਂ ਨੇ ਤਿਆਰ ਕੀਤੀ ਹੈ ਵੀ ਮਹਾਰਾਜ ਸਾਹਿਬ ਜੀ ਉਹ ਨਿੰਦਰਾ ਤੋਂ ਉਪਰਾਮ ਹੋਏ ਨੇ ਤੇ ਇਸ ਤਰ੍ਹਾਂ ਇਹ ਮਹਾਰਾਜ ਜੀ ਛਕ ਲੈਣ ਇਹ ਭੋਜਨ ਤੇ ਇਸ ਤਰ੍ਹਾਂ ਸੇਵਾ ਕਰਦੇ ਹਨ। ਖਾਨ ਨਿਤ ਦਿਨ ਪਤ ਅਧਿਕਾਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਫਿਰ ਦਿਨਾਂ ਪ੍ਰਤੀ ਦਿਨ ਸੰਗਤਾਂ ਨੂੰ ਦਰਸ਼ਨ ਦਿੰਦੇ ਕਿਤਕ ਹਨ। ਦਿਓਸ ਬੀਤੇ ਜਬੈ ਇੱਕ ਦਿਨ ਤਬ ਆਈ। ਕਹਿਣ ਲੱਗੇ ਵੀ ਕੁਝ ਕੁ ਦਿਨ ਬਤੀਤ ਹੋ ਗਏ ਤੇ ਇੱਕ ਦਿਨ ਐਸਾ ਆਇਆ ਵੀ ਉਸ ਦਿਨ ਮਹਾਰਾਜ ਸਾਹਿਬ ਜੀਆਂ ਦੇ ਕੋਲ ਪਤ ਵਰਤਾ ਜੀਤੋ ਸੋ ਬ੍ਰਤ ਲੱਜਾ ਅਧਿਕਾਈ। ਸੋ ਮਾਤਾ ਸਾਹਿਬ ਮਾਤਾ ਜੀਤੋ ਜੀ ਸਤਿਗੁਰਾਂ ਦੇ ਕੋਲ ਆਏ ਨੇ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਵੇਲੇ ਅਨੰਦਪੁਰ ਸਾਹਿਬ ਟਿਕੇ ਨੇ ਤੇ ਮਾਤਾ ਜੀਤੋ ਜੀਆਂ ਨੇ ਵੇਖਿਆ ਸਤਿਗੁਰੂ ਬੈਠੇ ਨੇ ਇਕੱਲੇ ਆਪਣੀ ਮੌਜ ਦੇ ਵਿੱਚ। ਉਸ ਵੇਲੇ ਆ ਕੇ ਮਾਤਾ ਸਾਹਿਬ ਮਾਤਾ ਜੀਤੋ ਜੀਆਂ ਨੇ ਨਮਸਕਾਰ ਕੀਤੀ ਹੈ। ਪਤ ਕੋ ਪਾਏ ਇਕੰਤ ਮੈਂ ਕਰ ਜੋਰ ਖਰੀ ਹੈ। ਆਪਣੇ ਪਤੀ ਨੂੰ ਕੱਲਿਆਂ ਬੈਠਿਆਂ ਵੇਖ ਕੇ ਤੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ ਹੈ। ਅਵਨੀ ਖਨਤ ਅੰਗੂਠ ਪੱਗ ਤਰ ਦ੍ਰਿਸ਼ਟ ਕਰੀ ਹੈ। ਸਤਿਗੁਰੂ ਬੈਠੇ ਸਨ ਸੋਹਣੇ ਸਿੰਘਾਸਣ ਦੇ ਉੱਪਰ ਤੇ ਮਾਤਾ ਸਾਹਿਬ ਮਾਤਾ ਜੀਤੋ ਜੀ ਕੋਲ ਆ ਕੇ ਖੜੇ ਹੋ ਗਏ। ਧਰਤੀ ਵੱਲ ਵੇਖਦੇ ਪਏ ਨੇ ਤੇ ਆਪਣੇ ਪੈਰ ਦੇ ਅੰਗੂਠੇ ਦੇ ਨਾਲ ਧਰਤੀ ਦੇ ਵਿੱਚੋਂ ਮਿੱਟੀ ਪੱਟਦੇ ਪਏ, ਪਰ ਨੇਤਰ ਨੀਵੇਂ ਕੀਤੇ ਹੋਏ ਹਨ। ਚਿਤ ਮਹਿ ਦ੍ਰਿੜ ਮੂਰਤ ਬਸੈ ਨੈ ਸਨਮੁਖ ਬਲੋਕੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਸਰੂਪ ਹਿਰਦੇ ਵਿੱਚ ਵਸਦਾ ਹੈ। ਮਾਤਾ ਸਾਹਿਬ ਮਾਤਾ ਜੀਤੋ ਜੀਆਂ ਦੇ ਲੱਜਾ ਐਸੀ ਹੈ ਵੀ ਮਹਾਰਾਜ ਸਾਹਿਬ ਜੀਆਂ ਦੇ ਮੁਖ ਵੱਲ ਤੱਕਦੇ ਨਹੀਂ ਹਨ। ਐਚ ਪ੍ਰੇਮ ਕੀ ਏਕ ਦੇਸ਼ ਦੂਜੇ ਲੱਜ ਰੋਕੈ। ਕਹਿਣ ਲੱਗੇ ਵੀ ਪ੍ਰੇਮ ਦੀ ਖਿੱਚ ਤੇ ਹੈ ਪਰ ਦੂਜੇ ਪਾਸੇ ਲੱਜਾ ਵੀ ਹੈ। ਗੁਰਮੁਖੋ ਲੱਜਾ ਹੀ ਗਹਿਣਾ ਹੁੰਦਾ ਨਾ ਵਿਅਕਤੀ ਦਾ, ਉਸ ਗਹਿਣੇ ਦੇ ਸਮੇਤ ਨੇ, ਲੱਜਿਆ ਰੂਪੀ ਗਹਿਣੇ ਦੇ ਸਮੇਤ ਨੇ ਮਾਤਾ ਜੀਤੋ ਜੀ। ਇਸ ਕਰਕੇ ਨੀਵੀਂ ਪਾ ਕੇ ਸਤਿਗੁਰਾਂ ਦੇ ਸਤਕਾਰ ਵਿੱਚ ਖਲੋਤੇ ਹਨ। ਵੱਡ ਭਾਗਣ ਜਗ ਮਾਤ ਇਮ ਗੁਰ ਕੀ ਪਟਰਾਨੀ। ਇਹ ਵੱਡਿਆਂ ਭਾਗਾਂ ਵਾਲੇ ਨੇ ਮਾਤਾ ਜੀਤੋ ਜੀ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਿਲ ਨੇ ਔਰ ਪਹਿਲੀ ਪਤਨੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ।
ਪਟਰਾਣੀ ਆਪਾਂ ਕਹਿ ਸਕਦੇ ਹਾਂ। ਰਾਣੀ ਤੇ ਪਟਰਾਣੀ ਵਿੱਚ ਫਰਕ ਹੁੰਦਾ ਹੈ। ਪਟਰਾਣੀ ਉਹ ਹੈ ਜਿਹੜੀ ਰਾਜੇ ਨੇ ਸਭ ਤੋਂ ਪਹਿਲਾਂ ਵਿਆਹ ਕੇ ਲਿਆਂਦੀ ਹੈ ਅਤੇ ਉਹਦੇ ਹੀ ਬੱਚੇ ਨੂੰ ਅੱਗੇ ਰਾਜਾ ਜਿਹੜਾ ਉਹ ਰਾਜ ਦਿੰਦਾ ਹੈ। ਰਾਣੀ ਉਹ ਹੁੰਦੀ ਹੈ ਜਿਹੜੀ ਬਾਅਦ ਵਿੱਚ ਵਿਆਹ ਕੇ ਲੈਂਦੀ ਹੈ। ਰਾਣੀਆਂ ਕਈ ਹੁੰਦੀਆਂ ਪਰ ਪਟਰਾਣੀ ਇੱਕੋ ਹੀ ਹੁੰਦੀ ਹੈ। ਜਿਹੜੀ ਸਭ ਤੋਂ ਪਹਿਲਾਂ ਵਿਆਹੀ ਹੈ ਉਹਦੇ ਪੁੱਤਰ ਨੂੰ ਹੀ ਰਾਜ ਮਿਲੇਗਾ। ਪਟਰਾਣੀ ਇੱਕ ਹੈ, ਉਹ ਸਭ ਤੋਂ ਵੱਡੀ ਤੇ ਸਤਿਕਾਰਯੋਗ ਹੈ। ਰਾਣੀਆਂ ਕਈ ਹੋਇਆ ਕਰਦੀਆਂ। ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਪਹਿਲਾ ਵਿਆਹ ਜਿਹੜਾ ਉਹ ਮਾਤਾ ਜੀਤੋ ਜੀਆਂ ਦੇ ਨਾਲ ਹੀ ਹੋਇਆ। ਸੋ ਗੁਰੂ ਕੇ ਲਾਹੌਰ ਆਪਾਂ ਇਤਿਹਾਸ ਪਿੱਛੇ ਇਹ ਸਰਵਣ ਕਰ ਆਏ। ਸੋ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਹਿਲੇ ਮਹਿਲ ਨੇ ਤੇ ਪਟਰਾਣੀ ਦਾ ਇਹਨਾਂ ਨੂੰ ਦਰਜਾ ਪ੍ਰਾਪਤ ਹੈ। ਐਸੇ ਮਾਤਾ ਸਾਹਿਬ ਜੀ ਸਤਿਗੁਰਾਂ ਦੇ ਕੋਲ ਆਏ ਹਨ। ਮਿਰਦੁਲ ਸੁਸ਼ੀਲਾ ਗੁਣ ਦਾ ਸ਼ੁਭ ਮਤ ਮੈਂ ਸਿਆਣੀ। ਕਹਿਣ ਲੱਗੇ ਬੜਾ ਕੋਮਲ ਸੁਭਾਅ ਹੈ, ਬੜੇ ਸੁਸ਼ੀਲ ਗੁਣਾਂ ਦੇ ਮਾਲਕ ਹਨ। ਐਸੇ ਸਿਆਣਪ ਮਾਤਾ ਜੀਤੋ ਜੀਆਂ ਦੇ ਵਿੱਚ ਹੈ। ਪ੍ਰਭੂ ਕਿਰਪਾਲ ਬਿਲੋਕ ਕਰ ਥਿਰ ਨੰਮਰ ਵਿਸਾਲਾ। ਸਤਿਗੁਰੂ ਪਾਤਸ਼ਾਹ ਨੇ ਜਦੋਂ ਨੇਤਰਾਂ ਦੇ ਨਾਲ ਵੇਖਿਆ ਵੀ ਸਾਡੇ ਮਹਿਲ ਆਏ ਨੇ ਸਾਡੇ ਕੋਲ ਮਾਤਾ ਜੀਤੋ ਜੀ, ਤੇ ਉਸ ਵੇਲੇ ਫਿਰ ਮਹਾਰਾਜ ਨੇ ਪੁੱਛ ਹੀ ਲਿਆ। ਸਤਿਗੁਰੂ ਕਹਿਣ ਲੱਗੇ ਹਨ ਜਾਨ ਕਾਮਨਾਵਾਨ ਮਨ ਬੋਲੇ ਤਿਸ ਕਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਵੇਲੇ ਜਾਣਦੇ ਨੇ ਸਾਰਾ ਕੁਝ ਹੀ, ਅੰਤਰਜਾਮੀ ਨੇ ਨਾ ਮਹਾਰਾਜ ਸਾਹਿਬ ਜੀ। ਬਚਨ ਕਰਦੇ ਹਨ ਘਰ ਵਾਲਨ ਕੀ ਸੁਧ ਕਹਾਂ ਅਬਲਾਕਾ ਕੋ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਪੁੱਛਿਆ। ਕਹਿਣ ਲੱਗੇ ਆਓ ਭਾਈ ਘਰ ਵਾਲਿਓ, ਕਿਵੇਂ ਆਏ ਹੋ ਤੇ ਕਿਹੜੀ ਇੱਛਾ ਲੈ ਕੇ ਆਏ ਹੋ। ਸਤਿਗੁਰੂ ਆਪ ਹੀ ਬੋਲ ਪਏ। ਮਾਤਾ ਜੀਤੋ ਜੀ ਆ ਕੇ ਖਲੋਤੇ ਨਾ ਕੋਲ, ਤੇ ਸਤਿਗੁਰਾਂ ਨੇ ਜਾਣ ਲਈ ਮਨ ਦੀ ਗੱਲ, ਪਰ ਫਿਰ ਵੀ ਮਹਾਰਾਜ ਨੇ ਬਚਨ ਹੀ ਕਹਿ ਦਿੱਤੇ। ਕਹਿਣ ਲੱਗੇ ਆਓ ਭਾਈ ਘਰ ਵਾਲਿਓ, ਕਿਵੇਂ ਆਏ ਹੋ, ਕੀ ਅਭਲਾਖਾ ਹੈ, ਕਿਹੜੀ ਇੱਛਾ ਲੈ ਕੇ ਕਿਸ ਵਸਤੂ ਦੇ ਵਾਸਤੇ ਆਏ ਹੋ। ਕਹੋ ਮਨੋਰਥ ਆਪ ਨੂੰ ਅਬ ਬੰਸ਼ਤ ਜੋ ਹੈ। ਪਹਿਲਾਂ ਹੀ ਬਚਨ ਕਹਿ ਦਿੱਤਾ। ਕਹਿਣ ਲੱਗੇ ਬਸ ਮੂੰਹੋਂ ਮੰਗੋ ਕੀ ਚਾਹੀਦਾ, ਜੋ ਮੰਗੋਗੇ ਉਹ ਮਿਲ ਜਾਏਗਾ। ਇਹ ਪਹਿਲਾਂ ਹੀ ਬਚਨ ਮੁਖੋਂ ਨਿਕਲਿਆ। ਕਹਿਣ ਲੱਗੇ ਵੀ ਮਨ ਦੀ ਕਾਮਨਾ ਦੱਸੋ, ਵੀ ਕੀ ਮਨ ਵਿੱਚ ਲੈ ਕੇ ਆਏ ਹੋ। ਭਾਵੇਂ ਗੁਰੂ ਅੰਤਰਜਾਮੀ ਹੈ, ਜਾਣੀ ਜਾਣ ਨੇ, ਪਰ ਜਿੰਨਾ ਚਿਰ ਆ ਕੇ ਮੰਗਾਂਗੇ ਨਹੀਂ ਨਾ, ਉਹਨਾਂ ਚਿਰ ਸਤਿਗੁਰੂ ਵੇਖਦੇ ਨੇ ਵੀ ਇਹ ਕੀ ਕਰਦਾ ਹੈ। ਬੱਚੇ ਨੂੰ ਭੁੱਖ ਲੱਗੀ ਹੈ, ਜਿੰਨਾ ਚਿਰ ਰੋਂਦਾ ਨਹੀਂ ਉਹਨਾਂ ਚਿਰ ਮਾਂ ਵੀ ਦੁੱਧ ਨਹੀਂ ਪਿਲਾਉਂਦੀ ਹੈ, ਵੀ ਖੇਡਦਾ ਹੈ ਤੇ ਖੇਡੀ ਜਾਵੇ। ਸਤਿਗੁਰੂ ਜਾਣਦੇ ਨੇ ਵੀ ਇਹ ਕੀ ਲੈਣ ਵਾਸਤੇ ਆਏ ਨੇ, ਕੀ ਚਾਹੁੰਦੇ ਨੇ, ਪਰ ਫਿਰ ਵੀ ਮਹਾਰਾਜ ਚਾਹੁੰਦੇ ਵੀ ਮੁਖੋਂ ਕੁਝ ਬੋਲਣਗੇ ਤੇ ਫਿਰ ਅਸੀਂ ਨਾਲ ਬਚਨ ਬਲਾਸ ਕਰਾਂਗੇ। ਮੁਖੋਂ ਆਖਿਆ। ਕਹਿਣ ਲੱਗੇ ਆਪਣੇ ਮਨ ਦਾ ਮਨੋਰਥ ਕਹੋ, ਤੁਹਾਡੇ ਮਨ ਵਿੱਚ ਕੀ ਸੰਕਲਪ ਲੈ ਕੇ ਆਏ ਹੋ, ਜੋ ਮੰਗੋਗੇ ਉਹ ਮਿਲ ਜਾਏਗਾ। ਇਹ ਬਚਨ ਨਾਲ ਆਖੇ ਹਨ। ਜਿਸ ਹਿਤ ਕਰ ਆਗਮਨ ਕੋ ਥਿਰ ਭਈ ਸਲਾਜਾ। ਸੋ ਜਿਸ ਕਰਕੇ ਤੁਹਾਡਾ ਆਉਣਾ ਹੋਇਆ ਹੈ, ਤੁਸੀਂ ਆਏ ਹੋ, ਇਹਦਾ ਮਤਲਬ ਕੰਮ ਜ਼ਰੂਰੀ ਹੈ। ਦੂਜੀ ਗੱਲ ਇਹ ਹੈ ਵੀ ਤੁਸੀਂ ਸਾਨੂੰ ਕਹਿ ਨਹੀਂ ਪਾ ਰਹੇ, ਵੀ ਤੁਸੀਂ ਨੀਵੀਂ ਪਾ ਕੇ ਖਲੋਤੇ ਹੋ ਲੱਜਾ ਦੇ ਸਮੇਤ। ਜੋ ਵੀ ਹੈ ਸਾਨੂੰ ਕਹਿਣਾ ਕਰੋ, ਦੱਸਣਾ ਕਰੋ। ਕਹੋ ਸੁਮਦ ਮੈਂ ਵਾਰਤਾ ਜਿਸ ਵਿਦ ਕੋ ਕਾਜਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਕੀਤਾ। ਕਹਿਣ ਲੱਗੇ ਵੀ ਹੇ ਸੁਪਤਨੀ, ਆਪ ਜੀ ਕਹੋ ਤੁਹਾਡੇ ਮਨ ਦੀ ਕੀ ਇੱਛਾ ਹੈ, ਕੀ ਚਾਹੁੰਦੇ ਹੋ। ਜੋ ਤੁਹਾਡੇ ਸੋ ਮਨ ਦੇ ਵਿੱਚ ਵਿਚਾਰ ਹੈ ਉਸ ਨੂੰ ਸਾਡੇ ਕੋਲ ਕਹਿ ਦੇਣਾ ਕਰੋ। ਹਾਥ ਬੰਦ ਬੰਦਤ ਬਦਤ ਪ੍ਰਭ ਅੰਤਰਜਾਮੀ। ਉਸ ਵੇਲੇ ਮਾਤਾ ਜੀਤੋ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ। ਕਹਿਣ ਲੱਗੇ ਸਤਿਗੁਰੂ ਆਪ ਜੀ ਅੰਤਰਜਾਮੀ ਹੋ, ਮੈਂ ਆਪ ਜੀ ਦੇ ਸਾਹਮਣੇ ਕੀ ਬਚਨ ਕਹਿ ਸਕਦੀ ਹਾਂ, ਕੀ ਦੱਸ ਸਕਦੀ। ਆਪ ਜੀ ਮਨ ਦੀ ਜਾਣਨ ਵਾਲੇ ਹੋ। ਜਗਤ ਗੁਰੂ ਜਾਨੋ ਸਕਲ ਘਟ ਘਟ ਕੇ ਸੁਆਮੀ। ਸਤਿਗੁਰੂ ਪਾਤਸ਼ਾਹ ਜੀ ਆਪ ਦੀ ਜਗਤ ਦੇ ਗੁਰੂ ਹੋ ਤੇ ਘਟਾਂ ਘਟਾਂ ਦੀ ਆਪ ਦੀ ਜਾਣਦੇ ਹੋ। ਹਰੇਕ ਹਿਰਦੇ ਵਿੱਚ ਕੀ ਚੱਲਦਾ ਪਿਆ ਉਹ ਤੁਹਾਨੂੰ ਪਤਾ। ਜਿੱਥੇ ਤੁਸੀਂ ਸਾਰੇ ਹਿਰਦਿਆਂ ਦੀ ਜਾਣਦੇ ਹੋ, ਮੇਰੇ ਹਿਰਦੇ ਦਾ ਵੀ ਤੁਹਾਨੂੰ ਪਤਾ ਹੈ ਵੀ ਮੇਰੇ ਮਨ ਵਿੱਚ ਕੀ ਚੱਲਦਾ ਪਿਆ। ਆਪ ਜੀ ਇੱਕ ਹਰੇਕ ਹਿਰਦੇ ਦੀ ਜਾਣਨਹਾਰ ਹੋ। ਚਾਰੋਂ ਚੱਕਨ ਸੰਗਤਾਂ ਚਾਹਤ ਚਿਤ ਪਾਵੇਂ। ਚਾਰ ਚੱਕਾਂ ਦੀਆਂ ਸੰਗਤਾਂ, ਚਾਰ ਕੋਨੇ ਉੱਤਰ ਦੱਖਣ ਪੂਰਬ ਪੱਛਮ ਤਾ, ਚਾਰ ਦਿਸ਼ਾਵਾਂ ਦੀਆਂ ਜਿਹੜੀਆਂ ਸੰਗਤਾਂ ਨੇ, ਮਹਾਰਾਜ ਸਾਹਿਬ ਜੀ ਜੋ ਚਾਹੁੰਦੀਆਂ ਤੁਹਾਡੇ ਕੋਲੋਂ ਪਾਉਂਦੀਆਂ। ਮਾਤਾ ਜੀਤੋ ਜੀ ਹੱਥ ਜੋੜ ਕੇ ਖਲੋਤੇ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਮਣੇ। ਭਾਵੇਂ ਕਿ ਗੁਰੂ ਮਹਿਲ ਨੇ, ਪਰ ਸਤਿਕਾਰ ਪੂਰਾ ਹੈ ਮਨ ਦੇ ਵਿੱਚ ਵੀ ਇਹ ਗੁਰੂ ਪਦਵੀ ਦੇ ਉੱਪਰ ਬਿਰਾਜਮਾਨ ਨੇ। ਸਤਿਕਾਰ ਦਿੰਦੇ ਪਏ। ਗੁਰੂ ਗੁਰੂ ਕਿਹਾ ਸਿੱਖਾ ਤੂੰ ਵੀ ਆਉਣਾ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਕੋਲ ਆ ਕੇ ਹੱਥ ਜੋੜ ਲਿਆ ਕਰ ਮਹਾਰਾਜ ਜੀਆਂ ਦੇ ਸਾਹਮਣੇ। ਜਿੰਨਾ ਸਤਿਕਾਰ ਦੇਵੇਂਗਾ ਭਾਵਨਾ ਐਸੀ ਪੂਰੀ ਹੋ ਜਾਏਗੀ। ਸਤਿ ਸ੍ਰੀ ਅਕਾਲ। ਸਾਂਗ ਰਾਤ ਅਵਨੀ ਜਿਤ ਕਤ ਚਰਨ ਮਨਾਵੇਂ। ਸੋ ਸਤਿਗੁਰੂ ਪਾਤਸ਼ਾਹ ਜੀਓ, ਜਿੰਨੀ ਧਰਤੀ ਹੈ
ਅਤੇ ਜਿੰਨੇ ਸਮੁੰਦਰ ਵਿੱਚ ਟਾਪੂ ਨੇ ਸਾਰੇ ਆਪ ਜੀ ਦੇ ਚਰਨ ਮਨਾਉਂਦੇ ਨੇ। ਸਾਰੇ ਆਪ ਜੀ ਦੇ ਚਰਨਾਂ ਨੂੰ ਮਨਾ ਕੇ ਪੂਜ ਕੇ ਆਪਣੇ ਮਨ ਦੀਆਂ ਇਛਾਵਾਂ ਪ੍ਰਾਪਤ ਕਰਦੇ ਹਨ। ਪੁਰਵੋ ਸਭ ਕੀ ਕਾਮਨਾ ਨੈ ਊਨ ਖਜ਼ਾਨਾ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸਾਰਿਆਂ ਦੀ ਮਨ ਦੀ ਕਾਮਨਾ ਪੂਰੀ ਕਰਦੇ ਹੋ, ਪਰ ਤੁਹਾਡੇ ਖਜ਼ਾਨੇ ਕਦੇ ਵੀ ਘਟਦੇ ਨੇ। ਇਹ ਨਹੀਂ ਵੀ ਇੱਕ ਨੂੰ ਦਾਤ ਦਿੱਤੀ ਹੈ ਤੇ ਖਜ਼ਾਨਾ ਮੁੱਕ ਜਾਵੇਗਾ। ਤੁਹਾਡੇ ਖਜ਼ਾਨੇ ਲਪਾ ਲੱਪ ਭਰੇ ਹੋਏ, ਦਿੰਦਾ ਦੇ ਲੈਂਦੇ ਥੱਕ ਪਾਏ। ਲੈਣ ਵਾਲਾ ਥੱਕ ਜਾਏਗਾ, ਮੁੱਕ ਜਾਏਗਾ, ਪਰ ਤੁਹਾਡਾ ਖਜ਼ਾਨਾ ਨਹੀਂ ਕਦੀ ਮੁੱਕਦਾ। ਐਸੇ ਖਜ਼ਾਨੇ ਆਪ ਜੀ ਦੇ ਭਰੇ ਹੋਏ ਹਨ। ਹੀਰੋ ਜਸ ਜਸ ਭਾਵਨਾ ਦਿਓ ਫਲ ਤਿਮ ਨਮ। ਸਤਿਗੁਰੂ ਪਾਤਸ਼ਾਹ ਜੀ ਜਿਵੇਂ ਜਿਵੇਂ ਦੀ ਭਾਵਨਾ ਆਪ ਜੀ ਵੇਖਦੇ ਹੋ ਨਾ, ਉਵੇਂ ਉਵੇਂ ਦਾ ਫਲ ਦਿੰਦੇ ਹੋ। ਫਲ ਦਿੰਦੇ ਜ਼ਰੂਰ ਹੋ, ਪਰ ਜਿਵੇਂ ਦੀ ਕਿਸੇ ਦੀ ਬੰਦਗੀ ਹੈ, ਜਿਵੇਂ ਦੀ ਕਿਸੇ ਦੀ ਸੇਵਾ ਹੈ, ਜਿਵੇਂ ਦੀ ਕਿਸੇ ਦੀ ਭਾਵਨਾ ਹੈ, ਜਿਵੇਂ ਦੀ ਕੋਈ ਸ਼ਰਧਾ ਰੱਖਦਾ ਹੈ, ਉਵੇਂ ਦਾ ਫਲ ਆਪ ਜੀ ਬਖਸ਼ਿਸ਼ ਕਰ ਦਿੰਦੇ ਹੋ। ਤ੍ਰਿਯ ਸਰੀਰ ਕੀ ਮਤ ਗਤੀ ਜਿਮ ਹੋਏ ਤਿਮ ਜਾਨੋ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਓ ਗਤ ਮਿਤ ਹਾਲਤ ਕਹਿਣ ਲੱਗੇ ਔਰਤ ਦੇ ਸਰੀਰ ਦੀ ਜਿਹੜੀ ਹਾਲਤ ਹੈ ਨਾ ਮਹਾਰਾਜ ਸਾਹਿਬ ਜੀ, ਉਹ ਆਪ ਜੀ ਜਾਣਦੇ ਹੋ। ਤੁਮ ਤੇ ਸੁਤ ਸਪਤਨ ਲਹਿਓ ਦੁਤਵਾਨ ਮਹਾਨੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ ਤੁਹਾਡੇ ਕੋਲੋਂ ਸੋ ਮਾਤਾ ਸੁੰਦਰੀ ਜੀਆਂ ਨੇ ਪੁੱਤਰ ਪ੍ਰਾਪਤ ਕੀਤਾ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਜਿਹੜੇ ਸਨ ਉਹ ਮਾਤਾ ਸੁੰਦਰੀ ਜੀਆਂ ਦੇ ਪੁੱਤਰ ਸਨ। ਇੱਕੋ ਹੀ ਪੁੱਤਰ ਸੀ ਮਾਤਾ ਸੁੰਦਰੀ ਜੀਆਂ ਦਾ। ਔਰ ਬਾਕੀ ਜਿਹੜੇ 3 ਸਾਹਿਬਜ਼ਾਦੇ ਮਹਾਰਾਜ ਸਾਹਿਬ ਜੀਆਂ ਦੇ, ਉਹ ਬੀਬੀ ਜੀਤੋ ਜੀਆਂ ਦੇ, ਮਾਤਾ ਜੀਤੋ ਜੀਆਂ ਦੇ ਪੁੱਤਰ ਸਨ। ਸੋ ਇੱਥੇ ਮਾਤਾ ਜੀਤੋ ਜੀ ਬੇਨਤੀ ਕਰਦੇ ਪਏ, ਕਹਿਣ ਲੱਗੇ ਵੀ ਮਹਾਰਾਜ ਸਾਹਿਬ ਜੀ ਆਪ ਜੀਆਂ ਨੇ ਦੂਜੇ ਘਰ ਦੇ ਵਿੱਚ ਸੋ ਮਾਤਾ ਸੁੰਦਰੀ ਜੀਆਂ ਨੂੰ ਪੁੱਤਰ ਬਖਸ਼ਿਸ਼ ਕੀਤਾ, ਤੇ ਮਹਾਰਾਜ ਮੈਂ ਵੀ ਆਪਣੇ ਘਰ ਦੇ ਵਿੱਚ ਆਪ ਜੀ ਦੇ ਘਰ ਦੇ ਵਿੱਚ ਹਾਂ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਔਲਾਦ ਦੇ ਸਮੇਤ ਕਰ ਦਿਓ, ਮੈਨੂੰ ਵੀ ਪੁੱਤਰ ਦੀ ਦਾਤ ਜਿਹੜੀ ਹੈ ਆਪ ਜੀ ਦੇਣਾ ਕਰੋ। ਇਹ ਮੇਰੇ ਮਨ ਦੀ ਭਾਵਨਾ ਹੈ। ਬਿਨ ਨੰਦਨ ਆਨੰਦ ਨਾ ਹੈ ਘਰ ਸੁਨ ਸਮਾਨ। ਮਹਾਰਾਜ ਸਾਹਿਬ ਜੀਓ ਪੁੱਤਰ ਤੋਂ ਬਿਨਾ ਘਰ ਦੇ ਵਿੱਚ ਆਨੰਦ ਨਹੀਂ ਹੁੰਦਾ। ਘਰ ਸੁੰਨਾ ਸੁੰਨਾ ਜਿਹਾ ਲੱਗਦਾ, ਖਾਲੀ ਖਾਲੀ ਜਿਹਾ ਲੱਗਦਾ ਹੈ, ਤੇ ਪੁੱਤਰ ਤੋਂ ਬਿਨਾ ਘਰ ਖਾਲੀ ਹੈ, ਆਨੰਦ ਨਹੀਂ ਆ ਰਿਹਾ ਹੈ। ਸੋ ਕਿਸੇ ਵਿਦਵਾਨ ਨੇ ਬੜਾ ਸੋਹਣਾ ਬਚਨ ਲਿਖਿਆ, ਕਹਿਣ ਲੱਗੇ ਬਚਨ ਇਹ ਹੈ ਗੁਰਮੁਖੋ ਕਿ ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਤੇ ਵਿੱਚ ਪੁਰਾਣ ਪੁੱਤਰ। ਸੋ ਵਿਦਵਾਨ ਨੇ ਇਹ ਬਚਨ ਲਿਖੇ ਨੇ, ਕਹਿਣ ਲੱਗੇ ਜਿਹੜੇ ਪੁੱਤਰ ਨੇ ਉਹ ਖੰਭ ਹੋਇਆ ਕਰਦੇ ਮਾਂ-ਬਾਪ ਦੇ। ਮਾਂ-ਬਾਪ ਆਪਣੇ ਪੁੱਤਰਾਂ ਰੂਪੀ ਖੰਭਾਂ ਦੇ ਸਹਾਰੇ ਉੱਡੇ ਫਿਰਦੇ, ਦਿਨੇ ਰਾਤ ਭਜੇ ਫਿਰਦੇ, ਪਰ ਰੱਬ ਨਾ ਕਰੇ ਜੇ ਕਿਤੇ ਪੁੱਤਰ ਪੂਰਾ ਹੋ ਜਾਵੇ, ਸਾਥ ਛੱਡ ਜਾਵੇ, ਤੇ ਮਾਂ-ਬਾਪ ਵੀ ਕਮਜ਼ੋਰ ਪੈ ਜਾਂਦੇ, ਢਿੱਲੇ ਪੈ ਜਾਂਦੇ। ਸੋ ਉਹਨਾਂ ਦੇ ਜੀਵਨ ਦਾ ਮਨੋਰਥ ਵੀ ਘਟ ਜਾਂਦਾ, ਮੁੱਕ ਜਾਂਦਾ ਹੈ। ਰੋ ਵਿਚਾਰ ਇੱਥੇ ਬਚਨ ਆ ਗਿਆ, ਕਹਿਣ ਬੇਨਤੀ ਕਰਦੇ ਪਏ ਮਾਤਾ ਜੀਤੋ ਜੀ ਆ ਕੇ ਵੀ ਸਤਿਗੁਰੂ ਪਾਤਸ਼ਾਹ ਜੀ ਪੁੱਤਰ ਤੋਂ ਬਿਨਾ ਘਰ ਸੁੰਨਾ ਹੈ, ਆਪ ਜੀ ਕਿਰਪਾ ਕਰੋ। ਦੀਪਕ ਜਥਾ ਪ੍ਰਕਾਸ਼ ਕਰ ਤਿਮ ਕਹਿ ਮਤਵਨ। ਜਿਵੇਂ ਦੀਵਾ ਘਰ ਦੇ ਵਿੱਚ ਪ੍ਰਕਾਸ਼ ਕਰਦਾ ਹੈ ਨਾ ਪੁੱਤਰ, ਇਸੇ ਤਰ੍ਹਾਂ ਘਰ ਨੂੰ 4 ਚੰਨ ਲਾਉਂਦਾ ਹੈ। ਤੇ ਜਿਹੜੇ ਵਸੋਂ ਵਾਲੇ ਘਰ ਦੇ ਵਿੱਚ ਦੀਵਾ ਨਾ ਜਗੇ ਤੇ ਲੋਕੀ ਮਾੜਾ ਸਮਝਦੇ ਵੀ ਇਹ ਬੜਾ ਮਾੜਾ ਹੈ। ਦੀਵਾ ਜਗਾਉਣਾ ਜ਼ਰੂਰੀ ਹੈ, ਰੋਸ਼ਨੀ ਕਰਨੀ ਜ਼ਰੂਰੀ ਹੈ। ਜਿਵੇਂ ਘਰ ਦੇ ਵਿੱਚ ਦੀਵਾ ਰੋਸ਼ਨੀ ਕਰਦਾ, ਪ੍ਰਕਾਸ਼ ਕਰਦਾ ਹੈ, ਇਸੇ ਤਰ੍ਹਾਂ ਪੁੱਤਰ ਵੀ ਜਗਤ ਵਿੱਚ ਮਾਂ ਬਾਪ ਨੂੰ ਔਰ ਕੁੱਲ ਨੂੰ ਰੋਸ਼ਨਾਉਂਦਾ ਹੈ। ਤੇ ਮਹਾਰਾਜ ਸਾਹਿਬ ਜੀ ਸਾਡੇ ਘਰ ਦੇ ਵਿੱਚ ਪੁੱਤਰ ਰੂਪੀ ਦੀਵਾ ਨਹੀਂ ਹੈ। ਭੁਖਨ ਕਰੇ ਪ੍ਰਕਾਸ਼ ਦਿਨ ਸਭ ਜਗ ਸੁਖ ਪਾਵੈ। ਕਹਿਣ ਲੱਗੇ ਵੀ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਕਰਦਾ ਹੈ ਨਾ, ਤੇ ਸਾਰੇ ਉਹਦੀ ਰੋਸ਼ਨੀ ਲੈ ਕੇ ਸੁੱਖਾਂ ਨੂੰ ਪਾਉਂਦੇ ਹਨ। ਨਿਸਕਾ ਦੀਪਕ ਚੰਦ ਹੈ ਤਮ ਦੁਖ ਨਸਾਵੈ। ਸਤਿਗੁਰੂ ਪਾਤਸ਼ਾਹ ਜੀ ਉਹ ਰਾਤ ਦਾ ਦੀਵਾ ਚੰਦਰਮਾ ਹੈ ਤੇ ਦਿਨ ਦਾ ਦੀਵਾ ਸੂਰਜ ਹੈ। ਜੇ ਰਾਤ ਨੂੰ ਚੰਦਰਮਾ ਨਾ ਚੜ੍ਹੇ ਤੇ ਰਾਤ ਕਾਲੀ ਬੋਲੀ ਹੋ ਜਾਂਦੀ ਹੈ। ਜੇ ਦਿਨੇ ਸੂਰਜ ਨਾ ਚੜ੍ਹੇ ਤੇ ਉਹ ਸੂਰਜ ਵਾਲੇ ਕੰਮ ਸਾਰੇ ਬੰਦ ਹੋ ਜਾਂਦੇ, ਰੁਕ ਜਾਂਦੇ। ਇਹ ਤੇ ਸੰਸਾਰ ਵੀ ਦੀਵਿਆਂ ਦੇ ਆਸਰੇ ਚੱਲਦਾ ਪਿਆ। 2 ਦੀਵੇ ਚੱਲਦੇ ਪਏ, 2 ਦੀਵੇ 14 ਹਟ ਨਾਲੇ। ਬਾਣੀ ਦਾ ਬਚਨ ਹੈ ਨਾ, 14 ਲੋਕ ਹਟੀਆਂ ਨੇ ਤੇ 2 ਦੀਵੇ ਚੰਦਰਮਾ ਤੇ ਸੂਰਜ, 2 ਦੀਵੇ ਪ੍ਰਕਾਸ਼ ਕਰਨ ਵਾਲੇ। ਇਹ ਗੁਰਬਾਣੀ ਵਿੱਚ ਬਚਨ ਆਇਆ। ਮਾਤਾ ਜੀਤੋ ਜੀ ਕਹਿ ਰਹੇ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀਓ ਦੀਵੇ ਤੋਂ ਬਿਨਾਂ ਤੇ ਘਰ ਦੇ ਵਿੱਚ ਹਨੇਰਾ ਹੁੰਦਾ। ਚੰਦਰਮਾ ਨਾ ਚੜ੍ਹੇ ਸੰਸਾਰ ਵਿੱਚ ਹਨੇਰਾ, ਸੂਰਜ ਨਾ ਚੜ੍ਹੇ ਤੇ ਸੰਸਾਰ ਵਿੱਚ ਹਨੇਰਾ ਹੈ। ਸੰਸਾਰ ਰੂਪੀ ਘਰ ਨੂੰ ਰੋਸ਼ਨਾਉਣ ਵਾਸਤੇ ਪ੍ਰਮਾਤਮਾ ਨੇ 2 ਦੀਵੇ ਬਣਾਏ ਨੇ, ਚੰਦਰਮਾ ਤੇ ਸੂਰਜ। ਤੇ ਮਹਾਰਾਜ ਸਾਹਿਬ ਜੀ ਇਸੇ ਤਰ੍ਹਾਂ ਜੇ ਘਰ ਦੇ ਵਿੱਚ ਪੁੱਤਰ ਨਾ ਹੋਵੇ ਤੇ ਘਰ ਵੀ ਸੁੰਨਾ ਹੀ ਹੈ। ਆਪ ਜੀ ਕਿਰਪਾ ਕਰਕੇ ਘਰ ਦੇ ਵਿੱਚ ਪੁੱਤਰ ਰੂਪੀ
ਇਹ ਜਿਹੜਾ ਦੀਵਾ ਹੈ ਬਖਸ਼ਿਸ਼ ਕਰਨਾ ਕਰੋ। ਆਖਿਓ ਕਿਰਪਾ ਨਿਧਾਨ ਕਰ ਸਿੱਖ ਸੰਤਨ ਸੇਵਾ। ਸਤਿਗੁਰੂ ਪਾਤਸ਼ਾਹ ਨੇ ਕੀ ਬਚਨ ਕੀਤੇ? ਗੁਰਮੁਖੋ ਮਾਲਕ ਨੇ, ਮਾਲਕ ਹੁੰਦਿਆਂ ਬਚਨ ਇਹ ਆਖਿਆ, ਕਹਿਣ ਲੱਗੇ ਜੀਤੋ ਜੀ ਸਾਧ ਸੰਗਤ ਦੀ ਸੇਵਾ ਕਰੋ। ਸਾਧ ਸੰਗਤ ਦੀ ਸੇਵਾ ਕਰਕੇ ਸੰਗਤ ਕੋਲੋਂ ਬਖਸ਼ਿਸ਼ ਪ੍ਰਾਪਤ ਕਰੋ ਤੇ ਤੁਹਾਡੀ ਮਨ ਦੀ ਕਾਮਨਾ ਪੂਰੀ ਹੋਵੇਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਗਏ ਨਾ ਮਾਤਾ ਗੰਗਾ ਸਾਹਿਬ ਜੀ, ਕਹਿਣ ਲੱਗੇ ਪੁੱਤਰ ਦੀ ਦਾਤ ਮਹਾਰਾਜ ਸੰਗਤ ਨੂੰ ਵੰਡਦੇ ਆ, ਘਰ ਵਿੱਚ ਵੀ ਕਿਰਪਾ ਕਰ ਦਿਓ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮਾਤਾ ਗੰਗਾ ਜੀਆਂ ਨੂੰ, ਕਹਿੰਦੇ ਗੰਗਾ ਜੀ ਇਹ ਗੁਰਤਾ ਗੱਦੀ ਤੇ ਦਾਤਾਂ ਭੰਡਾਰੇ ਖਜ਼ਾਨੇ ਜਿਹੜੇ ਸੰਗਤ ਦੀ ਅਮਾਨਤ ਨੇ, ਇਹ ਸੰਗਤ ਦੇ ਨੇ ਤੇ ਤਾਂ ਅਸੀਂ ਸੰਗਤ ਵਿੱਚ ਵੰਡਦੇ ਪਏ ਹਾਂ। ਇਹਨਾਂ ਦਾਤਾਂ ਨੂੰ ਅਸੀਂ ਘਰ ਵਾਸਤੇ ਨਹੀਂ ਵਰਤ ਸਕਦੇ। ਮੂਰਖ ਨੇ ਉਹ ਲੋਕ ਜਿਹੜੇ ਇਹ ਗੱਲ ਕਹਿੰਦੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਘਰੇ ਕਿਉਂ ਨਹੀਂ ਪੁੱਤਰ ਬਖਸ਼ਿਸ਼ ਕਰ ਦਿੱਤਾ, ਜੇ ਦੁਨੀਆ ਨੂੰ ਦੇ ਸਕਦੇ ਤੇ ਘਰੇ ਵੀ ਤੇ ਦੇ ਸਕਦੇ। ਪਰ ਗੁਰਮੁਖੋ ਵਿਚਾਰ ਇਹ ਹੈ ਵੀ ਸਤਿਗੁਰੂ ਇਹ ਜਾਣਦੇ ਨੇ ਵੀ ਇਹ ਗੁਰਤਾ ਗੱਦੀ, ਇਹ ਦਾਤਾਂ, ਇਹ ਖਜ਼ਾਨੇ, ਭੰਡਾਰੇ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸੰਗਤ ਵਾਸਤੇ ਸਾਨੂੰ ਬਖਸ਼ਿਸ਼ ਕੀਤੇ। ਅਸੀਂ ਤੇ ਕੇਵਲ ਇੱਕ ਰਾਖੇ ਹਾਂ ਤੇ ਰਾਖੇ ਦਾ ਕੰਮ ਹੁੰਦਾ ਵੀ ਮਾਲਕ ਦੇ ਵਾਸਤੇ ਖਜ਼ਾਨਾ ਬਚਾ ਕੇ ਰੱਖਣਾ, ਜਾਂ ਮਾਲਕ ਨੇ ਜਿਸ ਵਾਸਤੇ ਖਜ਼ਾਨਾ ਬਣਾਇਆ ਉਸੇ ਵਾਸਤੇ ਵੰਡਣਾ, ਨਾ ਕਿ ਆਪਣੇ ਵਾਸਤੇ ਵਰਤ ਲੈਣਾ। ਕਹਿਣ ਲੱਗੇ ਗੰਗਾ ਜੀ ਇਹ ਦਾਤਾਂ ਜਿਹੜੀਆਂ ਸੰਗਤ ਦੀ ਅਮਾਨਤ ਸਾਡੇ ਕੋਲ, ਅਸੀਂ ਤੇ ਵੰਡੀ ਜਾ ਰਹੇ ਹਾਂ, ਪਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਨਾ ਤੇ ਸੰਗਤ ਵਿੱਚੋਂ ਫਿਰ ਵਰੋਸਾਏ ਹੋਏ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਸੇਵਾ ਕਰਕੇ ਖੁਸ਼ ਕਰਕੇ ਵਰ ਲਵੋ। ਇਸੇ ਤਰ੍ਹਾਂ ਹੀ ਫਿਰ ਮਾਤਾ ਗੰਗਾ ਸਾਹਿਬ ਜੀਆਂ ਨੇ ਸੇਵਾ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਫਿਰ ਪੁੱਤਰ ਦੀ ਦਾਤ ਦਾ ਵਰ ਜਿਹੜਾ ਸੀ ਉਹ ਬਖਸ਼ਿਸ਼ ਕਰ ਦਿੱਤਾ। ਇੱਥੇ ਬਚਨ ਆ ਗਿਆ ਜਦੋਂ ਮਾਤਾ ਜੀਤੋ ਜੀਆਂ ਨੇ ਆਖਿਆ ਨਾ ਵੀ ਸਤਿਗੁਰੂ ਪੁੱਤਰ ਦੀ ਦਾਤ, ਤੇ ਸਤਿਗੁਰਾਂ ਨੇ ਉਹੀ ਬਚਨ ਕੀਤਾ ਜੋ ਸਤਿਗੁਰਾਂ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤਾ ਸੀ। ਸਤਿਗੁਰੂ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਲਾਹਾਬਾਦ ਨੂੰ ਚਲੇ ਗਏ। ਮਾਤਾ ਨਾਨਕੀ ਜੀ ਨੇ ਆਖਿਆ ਸਤਿਗੁਰੂ ਘਰ ਦੇ ਵਿੱਚ ਪੋਤਰੇ ਦੀ ਦਾਤ ਆਪ ਜੀ ਬਖਸ਼ਿਸ਼ ਕਰੋ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਪੋਤਰਾ ਤੁਹਾਨੂੰ ਜ਼ਰੂਰ ਪ੍ਰਾਪਤ ਹੋਵੇਗਾ, ਪਰ ਨੌ ਸੱਸ ਦੋਨੇ ਜਾਣੀਆਂ ਸੰਗਤ ਦੀ ਸੇਵਾ ਕਰੋ। ਹੱਥਾਂ ਦੇ ਨਾਲ ਚੱਕੀ ਚਲਾ ਕੇ ਆਟਾ ਪੀਸ ਕੇ ਉਹਦਾ ਪ੍ਰਸ਼ਾਦਾ ਬਣਾਓ, ਲੰਗਰ ਦੇ ਵਿੱਚ ਭਾਂਡੇ ਮਾਂਜ ਕੇ ਦਾਲਾਂ ਸਬਜ਼ੀਆਂ ਤਿਆਰ ਕਰਵਾਓ, ਸੰਗਤ ਨੂੰ ਛਕਾਓ, ਸੰਗਤ ਦੇ ਜੂਠੇ ਭਾਂਡੇ ਸਾਫ਼ ਕਰੋ, ਬਰਤਨ ਸਾਫ਼ ਕਰੋ ਤੇ ਸੰਗਤ ਕੋਲੋਂ ਅਰਦਾਸ ਕਰਾਓ, ਤੁਹਾਡੀ ਭਾਵਨਾ ਪੂਰੀ ਹੋ ਜਾਏਗੀ। ਮਾਤਾ ਗੰਗਾ ਜੀ ਮਾਤਾ ਨਾਨਕੀ ਜੀ ਲੱਗ ਪਏ ਲੰਗਰ ਦੇ ਵਿੱਚ ਚੱਕੀ ਚਲਾਉਣ ਵਾਸਤੇ, ਆਟਾ ਪੀਣ ਵਾਸਤੇ, ਬਰਤਨ ਮਾਂਜਣ ਵਾਸਤੇ ਤੇ ਪ੍ਰਸ਼ਾਦਾ ਬਣਾਉਣ ਵਾਸਤੇ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਤੇ ਮਹਾਰਾਜ ਜੀ ਅਖੰਡ ਪਾਠੀ ਸਿੰਘਾਂ ਦੇ ਕੋਲ ਹੀ ਬੈਠ ਗਿਆ ਚੌਂਕੜਾ ਮਾਰ ਕੇ, ਤੇ ਸਿੱਖ ਤੇ ਮਹਾਰਾਜ ਦੇ 2-2 ਘੰਟੇ ਬਾਣੀ ਪੜ੍ਹ ਕੇ ਉੱਠ ਜਾਂਦੇ, ਪਰ ਮਹਾਰਾਜ ਨਹੀਂ ਉੱਠੇ। 3 ਦਿਨ ਕੋਲ ਹੀ ਬੈਠੇ ਰਹੇ, ਇੱਕੇ ਚੌਂਕੜੇ ਵਿੱਚ ਹੀ ਬੈਠੇ ਰਹੇ। ਗੁਰਮੁਖੋ ਉਹਨਾਂ ਵਾਸਤੇ ਮੁਸ਼ਕਲ ਨਹੀਂ ਨਾ, ਕਿਉਂਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ ਜੂ ਬੈਠੇ ਰਹੇ, ਤੇ 26 ਸਾਲ ਦਾ ਬੈਠਣ ਦਾ ਉਹਨਾਂ ਕੋਲ ਤਜਰਬਾ ਹੈ ਨਾ ਕੋਲ ਉਹਨਾਂ ਦੇ। 3 ਦਿਨ ਉਹਨਾਂ ਵਾਸਤੇ ਕੋਈ ਬਹੁਤੀ ਵੱਡੀ ਬਾਤ ਨਹੀਂ। ਸਾਡੇ ਕੋਲ ਤੇ 3 ਘੰਟੇ ਬਹਿਣਾ ਬੜਾ ਔਖਾ, ਉਹ ਵੀ ਅਸੀਂ ਕਿਰਾਏ ਤੇ ਬੰਦਾ ਲੱਭਦੇ ਹਾਂ ਵੀ ਹੋਰ ਲੱਭ ਜਾਵੇ। ਰੋ ਵਿਚਾਰ ਅਸੀਂ ਆਪਣੀ ਗੱਲ ਕੀ ਕਰਨੀ ਹੈ, ਗੁਰੂ ਦੀ ਗੱਲ ਕਰੀਏ ਜਿੱਥੋਂ ਕੁਝ ਆਨੰਦ ਪ੍ਰਾਪਤ ਹੋਣਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਿਰ ਸਾਰਾ ਅਖੰਡ ਪਾਠ ਸਾਹਿਬ ਸਰਵਣ ਕਰਕੇ ਅਰਦਾਸ ਬੇਨਤੀ ਹੋਈ ਅਤੇ 10ਵੇਂ ਪਾਤਸ਼ਾਹ ਨੇ ਲਿਖਿਆ ਤਹੀਂ ਪ੍ਰਕਾਸ਼ ਹਮਾਰਾ ਭਇਓ। ਉਸੇ ਧਰਤੀ ਤੇ ਫਿਰ ਅਕਾਲ ਪੁਰਖ ਦੇ ਹੁਕਮ ਦੇ ਨਾਲ ਅਸੀਂ ਆਪਣੀ ਮਾਤਾ ਦੇ ਗਰਭ ਦੇ ਅੰਦਰ ਆ ਕੇ ਸਾਡੇ ਸਰੀਰ ਨੇ ਨਿਵਾਸ ਕੀਤਾ। ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਸੇਵਾ ਕਰੋ, ਗੁਰਬਾਣੀ ਸਰਵਣ ਕਰੋ, ਦਾਤ ਮਿਲੇਗੀ। ਅੱਜ ਉਹਨਾਂ ਦੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਬਚਨ ਆਖੇ, ਕਹਿਣ ਲੱਗੇ ਸੰਗਤ ਦੀ ਸੇਵਾ ਕਰੋ। ਸੰਗਤ ਦੀ ਸੇਵਾ ਕਰਕੇ ਜਿਉਂ ਸੰਗਤ ਖੁਸ਼ ਹੋਵੇਗੀ ਤੁਹਾਡੀ ਭਾਵਨਾ ਪੂਰੀ ਹੋ ਜਾਵੇਗੀ। ਇੱਕ ਵਾਰੀ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਗੁਰਮੁਖੋ ਇਹ ਇੰਨੀ ਵੱਡੀ ਸੇਵਾ ਹੈ ਜਿਹੜੀ ਮਹਾਰਾਜ ਨੇ ਸੰਗਤ ਦੀ ਸਾਨੂੰ ਬਹਾਨੇ ਨਾਲ ਦਿੱਤੀ ਹੈ ਵੀ ਲੰਗਰ ਦੇ ਵਿੱਚ ਜਾਇਆ ਕਰ, ਉੱਥੇ ਭਾਂਡੇ ਬਰਤਨ ਸਾਫ਼ ਕਰਿਆ ਕਰ, ਔਰ ਸੰਗਤ ਵਾਸਤੇ ਦਰੀਆਂ ਚਾਦਰਾਂ ਝਾੜ ਕੇ ਵਿਛਾਇਆ ਕਰ, ਝਾੜੂ ਲਾਇਆ ਕਰ। ਇਹ ਸੇਵਾ ਵਿੱਚੋਂ ਸਭ ਕੁਝ ਮਿਲ ਜਾਣਾ। ਅਤੇ ਜੇ ਅਸੀਂ ਘਰ ਵਿੱਚ ਅਖੰਡ ਪਾਠ ਕਰਵਾਉਂਦੇ ਹਾਂ, ਸਹਿਜ ਪਾਠ ਜਾਂ ਕੋਈ ਵੀ ਬਾਣੀ ਦਾ ਪਾਠ ਕਰਵਾਉਂਦੇ ਹਾਂ,
ਸੰਗਤ ਤੇਰੇ ਘਰੇ ਆਈ ਹੈ, ਉਹਨਾਂ ਦੇ ਜੂਠੇ ਭਾਂਡੇ ਆਪ ਚੁੱਕ, ਉਹਨਾਂ ਨੂੰ ਸਾਫ਼ ਕਰ, ਉਹਨਾਂ ਵਾਸਤੇ ਭੋਜਨ ਬਣਾ, ਤੇਰੀ ਸੇਵਾ ਤੇ ਤੇਰੀ ਕਮਾਈ ਸਫਲੀ ਹੋਵੇ। ਪਰ ਗੁਰਮੁਖੋ ਅਸੀਂ ਨਾ ਬਹੁਤਾਤ ਕੇਵਲ ਪੈਸੇ ਨੂੰ ਮੁੱਖ ਰੱਖ ਲਿਆ ਵੀ ਪੈਸੇ ਤੇ ਬੰਦਾ ਹੀ ਕਿਰਾਏ ਵਾਲਾ ਆਵੇ, ਕਿਰਾਏ ਤੇ ਸਭ ਕੁਝ ਬਣ ਜਾਵੇ, ਕਿਰਾਏ ਵਾਲਾ ਹੀ ਛਕਾ ਦੇਵੇ, ਕਿਰਾਏ ਵਾਲਾ ਹੀ ਚਲੇ ਜਾਵੇ, ਮਾਂਜਣਾ ਧੋਣਾ ਸੇਵਾ ਨਾ ਕਰਨੀ ਪਵੇ ਤੇ ਖਾਲੀ ਰਹਿ ਗਿਆ ਨਾ ਗੁਰੂ ਦੀ ਪਰੰਪਰਾ ਤੋਂ, ਗੁਰੂ ਦੇ ਬਚਨ ਤੋਂ, ਗੁਰੂ ਦੀ ਮਰਿਆਦਾ ਤੋਂ, ਗੁਰੂ ਦੇ ਕਹਿਣੇ ਤੋਂ। ਉਨੇ ਹੀ ਸਾਨੂੰ ਦੁੱਖ ਨੇ, ਉਨੀਆਂ ਹੀ ਬਿਮਾਰੀਆਂ, ਉਨੀਆਂ ਹੀ ਮੁਸੀਬਤਾਂ, ਉਨੇ ਹੀ ਫਿਕਰ ਵੱਧ ਗਿਆ ਨਾ ਜ਼ਿੰਦਗੀ ਦੇ ਵਿੱਚ। ਜਿਹੜਾ ਸਕੂਨ ਮਿਲਣਾ ਸੀ, ਸ਼ਾਂਤੀ ਮਿਲਣੀ ਸੀ, ਆਨੰਦ ਮਿਲਣਾ ਸੀ, ਚੈਨ ਮਿਲਣਾ ਸੀ, ਉਹ ਨਹੀਂ ਮਿਲਦਾ ਪਿਆ। ਉਹਦਾ ਕਾਰਨ ਸਾਡੇ ਗੁਰੂ ਦੀ ਸਾਨੂੰ ਬਖਸ਼ੀ ਸੇਵਾ ਅਸੀਂ ਛੱਡ ਕੇ ਕੇਵਲ ਮਾਇਆ ਧਾਰੀ ਹੋ ਗਏ ਤੇ ਮਾਇਆ ਦੇ ਪਿੱਛੇ ਲੱਗ ਕੇ ਮਾਇਆ ਨਾਲ ਹੀ ਕੰਮ ਚਲਾਉਣਾ ਚਾਹੁੰਦੇ ਆ ਤੇ ਸਭ ਕੁਝ ਮਾਇਆ ਨਾਲ ਨਹੀਂ ਮਿਲਦਾ। ਔਰ ਸੇਵਾ ਤੇ ਖਾਸ ਕਰਕੇ ਨਹੀਂ ਮਿਲਦੀ ਹੈ। ਸੇਵਾ ਨੂੰ ਮੁੱਲ ਨਹੀਂ ਖਰੀਦਿਆ ਜਾਂਦਾ, ਨਾ ਹੀ ਬਾਣੀ ਨੂੰ ਮੁੱਲ ਖਰੀਦਿਆ ਜਾਂਦਾ, ਨਾ ਕੋਈ ਖਰੀਦ ਸਕਦਾ। ਮਾਤਾ ਜੀਤੋ ਜੀਆਂ ਨੇ ਵਰ ਮੰਗਿਆ ਤੇ ਸਤਿਗੁਰੂ ਬੈਠੇ ਕਹਿ ਵੀ ਸਕਦੇ ਸਨ ਵੀ ਜਾਓ ਤੁਹਾਨੂੰ ਦਾਤ ਦਿੱਤੀ। ਨਹੀਂ, ਇਹ ਦਾਤਾਂ ਸੰਗਤ ਦੀ ਇਮਾਨਤ ਨੇ। ਜੀਤੋ ਜੀ ਕਰ ਸਿੱਖ ਸੰਤਨ ਸੇਵਾ, ਸੰਤਾਂ ਦੀ ਸਾਧੂਆਂ ਦੀ ਸੇਵਾ ਕਰੋ, ਲੰਗਰ ਵਿੱਚ ਜਾ ਕੇ ਸੰਗਤ ਦੇ ਬਰਤਨ ਸਾਫ਼ ਕਰੋ, ਸੰਗਤ ਵਾਸਤੇ ਭੋਜਨ ਪ੍ਰਸ਼ਾਦਾ ਬਣਾਓ। ਜਦੋਂ ਸੰਗਤ ਤੇ ਸਾਧੂ ਖੁਸ਼ ਹੋ ਜਾਣਗੇ ਨਾ ਬਾਣੀ ਪੜ੍ਹਨ ਵਾਲੇ, ਤੇ ਫਿਰ ਜਿਹੜੀ ਦਾਤ ਮੰਗੋਗੇ ਉਹ ਮਿਲ ਜਾਏਗੀ। ਇਹ ਬਚਨ ਬਖਸ਼ਿਸ਼ ਕੀਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਜੇ ਤੈਨੂੰ ਦੇਹੀ ਮਿਲੀ ਹੈ ਤੇ ਫਿਰ ਸੇਵਾ ਕਰਨ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਓ ਇਹੀ ਲਾਓ। ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਨਾ ਭਜਿਆ ਜਾਏ। ਇੱਥੇ ਗੁਰਮੁਖੋ ਭਜਸ ਦਾ ਮਤਲਬ ਇਹ ਨਹੀਂ ਭਜਣਾ ਵੀ ਜੇ ਹੁਣ ਨਹੀਂ ਭਜਿਆ ਤੇ ਫਿਰ ਨਹੀਂ ਭਜੇਗਾ। ਇੱਥੋਂ ਭਜਸ ਦਾ ਭਾਵ ਹੈ ਭਜਨ ਕਰਨਾ। ਅਬ ਨਾ ਭਜਸ ਭਜਸ ਕਬ ਭਾਈ, ਜੇ ਹੁਣ ਭਜਨ ਨਹੀਂ ਕਰੇਗਾ ਤੇ ਕਦੋਂ ਭਜਨ ਕਰੇਗਾ। ਆਵੈ ਅੰਤ ਨਾ ਭਜਿਆ ਜਾਈ, ਜਦੋਂ ਮੌਤ ਆ ਗਈ ਤੇ ਉਸ ਵੇਲੇ ਤੇਰੇ ਕੋਲੋਂ ਨਹੀਂ ਉਹ ਪ੍ਰਮਾਤਮਾ ਦਾ ਭਜਨ ਕੀਤਾ ਜਾਣਾ। ਆਵੈ ਅੰਤ ਨਾ ਭਜਿਆ ਜਾਈ, ਅੰਤ ਵੇਲਾ ਆ ਗਿਆ, ਰੱਬ ਦਾ ਨਾਮ ਨਹੀਂ ਲਿਆ ਜਾਣਾ। ਇਹ ਤੂੰ ਮਤਾਂ ਸੋਚੀ ਵੀ ਉਧਰੋਂ ਮੌਤ ਖੜੀ ਹੋਵੇਗੀ ਤੇ ਤੂੰ ਮਾਲਾ ਫੜ ਕੇ ਰਾਮ ਰਾਮ ਕਰੇਂਗਾ, ਰਾਮ ਨਿਕਲਣਾ ਹੀ ਨਹੀਂ ਮੂੰਹ ਤੋਂ ਉਸ ਵੇਲੇ। ਅੰਤ ਵੇਲੇ ਕੁਝ ਨਹੀਂ ਹੋਣਾ। ਅੰਤ ਤੋਂ ਪਹਿਲਾਂ ਹੀ ਬੇਅੰਤ ਨੂੰ ਧਿਆਉਣਾ ਪੈਣਾ ਹੈ। ਅੰਤ ਤੋਂ ਪਹਿਲਾਂ ਬੇਅੰਤ ਨੂੰ ਧਿਆਵੇਂਗਾ ਤੇਰਾ ਅੰਤ ਚੰਗਾ ਹੋ ਜਾਏਗਾ, ਪਰ ਜੇ ਬੇਅੰਤ ਨੂੰ ਨਹੀਂ ਧਿਆਏਗਾ ਤੇਰਾ ਅੰਤ ਬੜਾ ਮਾੜਾ ਹੋਵੇਗਾ। ਰੋ ਵਿਚਾਰ ਸਤਿਗੁਰੂ ਕਹਿਣ ਲੱਗੇ ਸਾਧੂਆਂ ਦੀ ਸੇਵਾ ਕਰੋ, ਫਿਰ ਦਾਤ ਮਿਲੇਗੀ ਨਾ ਤੁਹਾਨੂੰ, ਜਿਹੜੀ ਮੰਗੀ ਹੈ ਪੁੱਤਰ ਦੀ ਦਾਤ ਤੁਹਾਨੂੰ ਪ੍ਰਾਪਤ ਹੋ ਜਾਣੀ ਹੈ। ਭੋਜਨ ਨਾਨਾ ਭਾਂਤ ਕੇ ਦੇ ਬਿਨ ਅਹਮੇਵਾ। ਤੇ ਦੂਜਾ ਬਚਨ ਕੀਤਾ ਵੀ ਇਹ ਨਹੀਂ ਵੀ ਸੁੱਕਾ ਮਿੱਸਾ ਮਾੜਾ ਮੋਟਾ ਜਿਹਾ ਰੋਟੀ ਖਵਾਈ ਤੇ ਜਾਓ ਚਲੇ ਜਾਓ, ਨਹੀਂ। ਭੋਜਨ ਨਾਨਾ ਭਾਂਤ ਕੇ, ਘਰੋਂ ਮਾਇਆ ਖਰਚ ਕੇ ਕਈ ਤਰ੍ਹਾਂ ਦੇ ਭੋਜਨ ਬਣਾਓ, ਸਵਾਦਲੇ ਬਹੁਤ ਤਰ੍ਹਾਂ ਦੇ, ਉਹ ਪ੍ਰਸ਼ਾਦਾ ਬਣਾ ਕੇ ਛਕਾਓ, ਸਾਧੂ ਖੁਸ਼ ਹੋ ਜਾਣ। ਨਿਲਾ ਦਾਲ ਰੋਟੀ ਦੇ ਨਾ ਚੜ੍ਹ ਦਿਓ ਵੀ ਇਕੱਲੀ ਦਾਲ ਹੀ ਖਾਣ ਵਾਸਤੇ ਬਣੀ ਹੈ, ਬਾਕੀ ਸਬਜ਼ੀਆਂ ਕਾਹਦੇ ਵਾਸਤੇ ਬਣੀਆਂ।